ਪੰਜਾਬ ਦੇ ਵਿੱਚ ਬਹੁਤ ਥੋੜ੍ਹੇ ਬਜ਼ੁਰਗ ਰਹਿ ਗਏ, ਉਹ ਬਜ਼ੁਰਗ ਸੱਥਾਂ ਦੇ ਵਿੱਚ ਗੱਲਾਂ ਕਰਦੇ ਨੇ ਵੀ ਸਾਡੇ ਬਜ਼ੁਰਗਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਅਕਾਲੀ ਦਲ ਨੇ ਮਿੱਟੀ 'ਚ ਰੋਲਤੀਆਂ। ਤੁਹਾਡੇ ਦਿਲ 'ਚ ਕਦੇ ਕੋਈ ਟੀਸ ਨਹੀਂ ਰਹਿੰਦੀ? ਜਿੱਥੇ ਅਹਿਮ ਮੀਟਿੰਗਾਂ ਹੁੰਦੀਆਂ ਗਈਆਂ ਉੱਥੇ ਮਨਪ੍ਰੀਤ ਸਿੰਘ ਇਆਲੀ ਨਜ਼ਰ ਨਹੀਂ ਆਉਂਦੇ, ਰਾਸ਼ਟਰਪਤੀ ਦੀ ਚੋਣ ਵਾਸਤੇ ਉੱਥੇ ਮਨਪ੍ਰੀਤ ਸਿੰਘ ਇਆਲੀ ਨਜ਼ਰ ਨਹੀਂ ਆਉਂਦੇ। ਲੋਕਾਂ ਨੇ ਖਾਸ ਕਰਕੇ ਤੁਹਾਡੇ ਹੀ ਅਕਾਲੀ ਦਲ ਦੇ ਆਈਟੀ ਵਿੰਗ ਨੇ ਆਪ ਮੁਹਾਰੇ ਪੋਸਟਾਂ ਪਾਈਆਂ ਗਈਆਂ ਵੀ ਮਨਪ੍ਰੀਤ ਸਿੰਘ ਇਆਲੀ ਪ੍ਰਧਾਨ ਹੋਣ ਇਸ ਪਾਰਟੀ ਦੇ। ਆਉਣ ਸਮੇਂ 'ਚ ਜੋ ਕਮੇਟੀ ਦੀ ਰਿਪੋਰਟ ਤੇ ਵਿਚਾਰ ਕਰੂ ਪਾਰਟੀ, ਤਾਂ ਮੇਰਾ ਖਿਆਲ ਹੈ ਵੀ ਆਉਣ ਸਮੇਂ 'ਚ ਪਾਰਟੀ ਪੈਰਾਂ ਤੇ ਹੋ ਸਕਦੀ ਹੈ, ਮਜ਼ਬੂਤ ਹੋ ਸਕਦੀ ਹੈ। ਇਸ ਪਾਰਟੀ 'ਚ ਇੱਕ ਵੀ ਲੀਡਰ ਨਹੀਂ ਜਿਹਦੇ ਦਿਲ ਹੋਵੇ ਜਿਹੜਾ ਸੱਚ ਦੱਸ ਸਕੇ ਲੋਕਾਂ ਨੂੰ। ਲੋਕ ਸੱਚ ਸੁਣਨਾ ਚਾਹੁੰਦੇ ਆ। ਤੁਸੀਂ ਇਹ ਤਾਂ ਮੰਨਦੇ ਹੋ ਵੀ ਅਕਾਲੀ ਦਲ ਬਹੁਤ ਕੁਝ ਗਵਾ ਚੁੱਕਿਆ ਹੈਗਾ, ਕੁਝ ਵੀ ਠੀਕ ਨਹੀਂ ਚੱਲ ਰਿਹਾ ਅਕਾਲੀ ਦਲ ਬਾਦਲ ਦੇ ਵਿੱਚ? ਹੈ, ਕਮੀਆਂ ਹੈਗੀਆਂ ਨੇ ਅਸੀਂ ਜਾ ਕੇ ਦੱਸ ਵੀ ਦਿੰਦੇ ਹਾਂ। ਮੈਂ ਤਾਂ ਸਪਸ਼ਟ ਦੱਸ ਦਿੰਦਾ ਜਾ ਕੇ, ਪਰ ਤੁਹਾਡੀ ਸੁਣੀ ਨਹੀਂ ਜਾਂਦੀ। ਚਲੋ ਉੱਤੇ ਫੈਸਲਾ ਲੈਂਦੇ ਨਹੀਂ ਲੈਂਦੇ, ਅਸੀਂ ਤਾਂ ਸਹੀ ਗੱਲਾਂ ਮੈਂ ਤਾਂ ਪਿਛਲੇ ਕਾਫੀ ਸਾਲਾਂ ਤੋਂ ਦੱਸਦਾ ਆ ਰਹੇ ਹਾਂ। ਤੁਹਾਨੂੰ ਨਹੀਂ ਲੱਗਦਾ ਵੀ ਜੇ ਤੁਸੀਂ ਪਾਰਟੀ ਕਰੀ ਜਾਓਗੇ ਤਾਂ ਲੋਕ ਪੰਜਾਬ ਦੇ ਪਿੱਛੇ ਰਹਿ ਜਾਣਗੇ, ਪੰਜਾਬ ਪਿੱਛੇ ਰਹਿ ਜਾਊਗਾ? ਸੱਚ ਕੌਣ ਦੱਸੂ ਲੋਕਾਂ ਨੂੰ? ਅੱਜ ਜੋ ਹਾਲਾਤ ਨੇ ਇਹ ਸਾਡੇ ਬੜੇ ਮਾੜੇ ਹੋਏ ਨੇ। ਇਹ ਮੇਰਾ ਖਿਆਲ ਆ ਵੀ ਇਹ ਹਾਲਾਤ ਜਿਹੜੇ ਬਣੇ ਇਹਦੇ ਪਿੱਛੇ ਅਸੀਂ ਸਰਕਾਰ 'ਚ ਆਉਣ ਨਾਲ ਵੀ ਬਣੇ ਨੇ। ਭੁੰਦਰ ਸਾਹਿਬ ਕਹਿੰਦੇ ਨੇ ਵੀ 10 ਸਾਲਾਂ ਦੇ ਸੁੱਖ ਨੇ ਸਭ ਕੁਝ ਖਰਾਬ ਕਰਤਾ, ਮੰਨਦੇ ਹੋ? ਮੈਂ ਤਾਂ ਇਹੀ ਗੱਲ ਕਹਿੰਦਾ ਵੀ ਸਰਕਾਰ ਨੇ ਕਮਜ਼ੋਰ ਕੀਤੀ ਆ ਪਾਰਟੀ। ਸੰਗਰੂਰ ਵਾਲੀ ਇਲੈਕਸ਼ਨ 'ਚ ਕਹਿੰਦੇ ਬਹੁਤ ਵੱਡੀ ਗਲਤੀ ਹੋ ਗਈ, ਸਿਮਰਨਜੀਤ ਸਿੰਘ ਮਾਨ ਦਾ ਤੁਸੀਂ ਸਮਰਥਨ ਨਹੀਂ ਕਰਿਆ, ਤੇ ਹੁਣ ਰਾਸ਼ਟਰਪਤੀ ਚੋਣ ਖਾਤਰ ਸਿਮਰਨਜੀਤ ਸਿੰਘ ਮਾਨ ਸਟੈਂਡ ਲੈ ਰਹੇ ਆ ਪਰ ਅਕਾਲੀ ਦਲ ਦਾ ਕੋਈ ਸਟੈਂਡ। ਸੰਗਰੂਰ ਦੇ ਲਈ ਜ਼ਰੂਰ ਸੁਝਾਅ ਦਿੱਤਾ ਸੀਗਾ ਆਪਣਾ ਜੀ ਵੀ ਤੁਸੀਂ ਸਪੋਰਟ ਕਰੋ ਸਿਮਰਨਜੀਤ ਸਿੰਘ ਮਾਨ। ਹੁਣ ਤਾਂ ਕਹਿੰਦੇ ਸਭ ਕੁਝ ਜੱਗ ਜ਼ਾਹਰ ਆ, ਜਿਹੜੀਆਂ ਕਮੀਆਂ ਵੀ ਜੱਗ ਜ਼ਾਹਰ ਆ, ਫਿਰ ਦੇਰੀ ਕਿਉਂ ਕਰ ਰਿਹਾ ਅਕਾਲੀ ਦਲ? ਪ੍ਰਧਾਨ ਬਦਲੇ ਜਾ ਸਕਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ। ਪੰਜਾਬ ਦੀ ਜੇ ਅਸੀਂ ਸਿਆਸਤ ਕਣੀ ਦੇਖਦੇ ਹਾਂ, ਪੰਜਾਬ ਦੀ ਸਿਆਸਤ ਆਏ ਦਿਨ ਕੁਛ ਨਵਾਂ ਲੈ ਕੇ ਆ ਰਹੀ ਆ। ਖਾਸ ਕਰਕੇ ਜਦੋਂ ਦੀ ਨਵੀਂ ਸਰਕਾਰ ਬਣੀ ਹੈ, ਇੱਕ ਵੱਡਾ ਬਦਲਾਵ ਕੀਤਾ ਲੋਕਾਂ ਨੇ, ਪਰ ਬੜੇ ਵੱਡੇ ਸਵਾਲ ਨੇ। ਪਰ ਜੇ ਪੰਜਾਬ ਦੀ ਵਿਰੋਧੀ ਪਾਰਟੀਆਂ ਕਣੀ ਦੇਖਦੇ ਹਾਂ ਜਾਂ ਸਰਕਾਰ ਦੀ ਵਿਰੋਧ ਵਾਲੀਆਂ ਪਾਰਟੀਆਂ ਕਣੀ ਦੇਖਦੇ ਹਾਂ, ਕਾਂਗਰਸ ਇੱਕ ਪਾਸੇ ਆ, ਉਹਨਾਂ ਦਾ ਇੱਕ ਆਪਣਾ ਕਾਟੋ ਕਲੇਸ਼ ਚੱਲ ਰਿਹਾ। ਪਰ ਜੇ ਲੋਕ ਦੱਸਦੇ ਨੇ ਸੱਥਾਂ ਦੇ ਵਿੱਚ ਬੈਠੇ ਵੀ ਸਭ ਤੋਂ ਮਾੜੀ ਜਿਹੜੀ ਸਥਿਤੀ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਆ, ਕਿਉਂਕਿ ਸੰਗਰੂਰ ਚੋਣਾਂ ਦੇ ਵਿੱਚ ਵੀ ਜ਼ਮਾਨਤ ਤੱਕ ਜ਼ਬਤ ਹੋ ਗਈ। ਪਰ ਇਹ ਵੀ ਦੱਸ ਰਹੇ ਨੇ ਲੋਕ ਵੀ ਗੰਭੀਰ ਮੰਥਨ ਚੱਲ ਰਿਹਾ ਹੈਗਾ ਪਾਰਟੀ ਦੇ ਅੰਦਰ, ਬਹੁਤ ਕੁਛ ਖਿੰਡਿਆ ਲੱਗ ਰਿਹਾ ਹੈਗਾ। ਪਰ ਕੀ ਇਹ ਖਿੰਡਿਆ ਇਕੱਠਾ ਹੋਊਗਾ? ਕੀ ਉਹ ਪੰਜਾਬ ਨੂੰ ਇਕੱਠੇ ਕਰ ਸਕਣਗੇ ਜਾਂ ਫਿਰ ਲੋਕਾਂ ਨੂੰ ਹੋਰ ਪਾਸੇ ਦੇਖਣਾ ਚਾਹੀਦਾ ਗਾ? ਪਾਰਟੀ ਨੂੰ ਲੈ ਕੇ ਬੜੇ ਸਵਾਲ ਜਵਾਬ ਨੇ। ਅੱਜ ਸਾਡੇ ਨਾਲ ਮੌਜੂਦ ਰਹਿਣਗੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ। ਇਆਲੀ ਸਾਹਿਬ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਰਤਨ ਜੀ, ਤੁਹਾਡਾ ਧੰਨਵਾਦ ਜੀ। ਇਆਲੀ ਸਾਹਿਬ, ਸਭ ਤੋਂ ਪਹਿਲਾ ਸਵਾਲ ਤਾਂ ਇਹੀ ਆ ਵੀ ਤੁਸੀਂ ਝੁੰਡਾ ਕਮੇਟੀ ਦੇ ਮੈਂਬਰ ਹੋ, ਰਿਪੋਰਟ ਤੁਹਾਨੂੰ ਪਤਾ ਗਾ ਕੀ ਆ ਕੀ ਨਹੀਂ। ਪੰਜਾਬੀਆਂ ਨੂੰ ਕਿੱਦਣ ਸੱਚ ਪਤਾ ਲੱਗੂ? ਖਾਸ ਕਰਕੇ ਜਿਹੜੇ ਟਕਸਾਲੀ ਅਕਾਲੀ ਨੇ ਉਹਨਾਂ ਨੂੰ ਸੱਚ ਕਿੱਦਣ ਪਤਾ ਲੱਗੂ? ਜਿਹੜੀ ਰਿਪੋਰਟ ਆ ਉਹ ਵੈਸੇ ਹੀ ਜੋ ਫੀਡਬੈਕ ਆਈ ਹੈ ਨਾ ਟਕਸਾਲੀ ਅਕਾਲੀਆਂ ਵੱਲੋਂ ਜਾਂ ਕੇਡਰ ਵੱਲੋਂ, ਸਾਡੇ ਵਰਕਰਾਂ ਵੱਲੋਂ ਜੀ, ਜਾਂ ਪੰਜਾਬ ਦੇ ਲੋਕਾਂ ਵੱਲੋਂ, ਉਹ ਜੋ ਫੀਡਬੈਕ ਉਹੀ ਉਸ ਰਿਪੋਰਟ ਦੇ ਵਿੱਚ ਆ ਵੀ ਲੋਕ ਕੀ ਚਾਹੁੰਦੇ ਆ, ਵੀ ਕਿਹੜੀਆਂ ਪਿੱਛੇ ਕਮੀਆਂ ਰਹੀਆਂ ਨੇ ਤੇ ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ, ਕਿਵੇਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕਰ ਸਕਦੇ ਹਾਂ। ਉਹ ਸਾਰੀ ਤਕਰੀਬਨ 100 ਹਲਕਿਆਂ ਦੇ ਵਿੱਚ ਕਮੇਟੀ ਗਈ ਸੀਗੀ ਜੀ, ਤੇ ਉੱਥੋਂ ਜੋ ਫੀਡਬੈਕ ਆਇਆ ਉਹਦੇ ਵਿੱਚ ਤਕਰੀਬਨ ਲਿਖਿਆ ਹੋਇਆ ਸਾਰਾ ਜੀ। ਹਾਂਜੀ, ਹੁਣ ਤਾਂ ਕਹਿੰਦੇ ਸਭ ਕੁਝ ਜੱਗ ਜ਼ਾਹਰ ਆ, ਜਿਹੜੀਆਂ ਕਮੀਆਂ ਵੀ ਜੱਗ ਜ਼ਾਹਰ ਆ, ਫਿਰ ਦੇਰੀ ਕਿਉਂ ਕਰ ਰਿਹਾ ਅਕਾਲੀ ਦਲ? ਦੇਖੋ, ਸਾਡੇ ਵੱਲੋਂ ਤਾਂ ਸੀਕ੍ਰੀਟ ਰਿਪੋਰਟ ਅਸੀਂ ਪਾਰਟੀ ਨੂੰ ਦੇ ਦਿੱਤੀ ਆ। ਉਹ ਜਿਹੜੀ ਕਮੇਟੀ ਹੈਗੀ ਆ ਉਹਦੇ ਚੇਅਰਮੈਨ ਭੁੰਦਰ ਸਾਹਿਬ ਨੇ ਜੀ, ਤੇ ਉਹ ਕੋਰ ਕਮੇਟੀ ਦੇ ਮੈਂਬਰ ਨੇ ਉਹਦੇ ਵਿੱਚ ਬਾਕੀ ਸਾਰੇ ਜੀ, ਤੇ ਉਸ ਕਮੇਟੀ ਨੇ ਉੱਤੇ ਅੱਗੇ ਵਿਚਾਰ ਕਰਨਾ। ਉਹ ਤਾਂ ਉਹਨਾਂ ਨੇ ਦੇਖਣਾ ਨਾ, ਅਸੀਂ ਤਾਂ ਆਪਣੀ ਜਿਹੜੀ ਰਿਪੋਰਟ ਹੈਗੀ ਆ ਕਮੇਟੀ ਨੇ ਦੇ ਦਿੱਤੀ ਆ। ਤੁਹਾਨੂੰ ਲੱਗਦਾ ਇਹ ਦੇਰੀ ਕਿਤੇ ਅਕਾਲੀ ਦਲ ਨੂੰ ਬਹੁਤ ਜ਼ਿਆਦਾ ਪਿੱਛੇ ਨਾ ਲੈ ਜਾਏ? ਕਿਉਂਕਿ ਜਿੰਨੀ ਕੁ ਵੋਟ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਪਈ ਆ, ਅਕਾਲੀ ਦਲ ਦੀ ਇੰਨੀ ਮਾੜੀ ਪੋਜੀਸ਼ਨ ਕਦੇ ਵੀ ਨਹੀਂ ਹੋਈ। ਦੇਖੋ, ਚੰਗਾ ਮਾੜਾ ਸਮਾਂ ਆਉਂਦਾ ਰਿਹਾ ਪਾਰਟੀ ਤੇ ਜੀ। ਜਿਹੜੀ ਇਹ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ, ਇਹ ਪਾਰਟੀ ਸਾਡੀ ਖੇਤਰੀ ਪਾਰਟੀ ਆ। ਉਹਦੇ ਨਾਲ ਹੀ ਸਾਡੀ ਸਿੱਖਾਂ ਦੀ ਇੱਕ ਨੁਮਾਇੰਦਾ ਜਥੇਬੰਦੀ ਆ। ਬੜਾ ਗੌਰਵੀ ਇਤਿਹਾਸ ਹੈ ਇਸ ਪਾਰਟੀ ਦਾ, ਬੜੀਆਂ ਮਹਾਨ ਕੁਰਬਾਨੀਆਂ ਇਸ ਪਾਰਟੀ ਨੇ, ਸਾਡੇ ਵੱਡੇ ਵਡੇਰਿਆਂ ਨੇ ਜਿਹੜੀਆਂ ਪੰਜਾਬ ਦੇ ਹੱਕਾਂ ਦੇ ਲਈ, ਪੰਜਾਬ ਦੇ ਹਿੱਤਾਂ ਲਈ ਕੀਤੀਆਂ ਨੇ। ਸੋ ਇਹ ਪਾਰਟੀ ਆ ਜਿਹੜੀ, ਇਹ ਪਾਰਟੀ ਕਦੇ ਡਾਊਨ ਨਹੀਂ ਜਾ ਸਕਦੀ ਜੀ, ਨਾ ਕਮਜ਼ੋਰ ਹੋ ਸਕਦੀ ਹੈ। ਠੀਕ ਆ, ਟਾਈਮਲੀ
ਪਾਰਟੀ ਚਲਾਉਣ ਵਾਲਿਆਂ ਦੀ ਲੀਡਰਸ਼ਿਪ ਦੀ ਜਿਹੜੇ, ਕਿਉਂਕਿ ਜਿਹੜਾ ਕੰਮ ਕੁਝ ਚਲਾਊਗਾ ਉਹ ਤੋਂ ਕਿਤੇ ਅਣਗਹਿਲੀ ਵੀ ਹੋ ਸਕਦੀ ਆ, ਕੋਈ ਗਲਤੀ ਵੀ ਹੋ ਸਕਦੀ ਆ, ਉਹਨਾਂ ਦੀ ਕੋਈ ਵਿਰੋਧਤਾ ਹੋ ਸਕਦੀ ਹੈ, ਲੇਕਿਨ ਅਕਾਲੀ ਦਲ ਨਾਲ ਕਿਸੇ ਦੀ ਕੋਈ ਨਾਰਾਜ਼ਗੀ ਨਹੀਂ। ਪਰ ਹਰ ਇੱਕ ਅਕਾਲੀ ਲੀਡਰ, ਚਾਹੇ ਤੁਸੀਂ ਹੋ ਚਾਹੇ ਕੋਈ ਹੋਰ ਹੋਵੇ, ਸੀਨੀਅਰ ਹੋਵੇ ਜੂਨੀਅਰ ਹੋਵੇ, ਉਹ ਕਹਿੰਦੇ ਵੀ ਪੰਥ ਦੀ ਨੁਮਾਇੰਦਾ ਜਮਾਤ ਆ, ਪਰ ਅਕਾਲੀ ਦਲ ਤਾਂ ਕਹਿੰਦੇ ਪੰਥ ਨੂੰ ਹੀ ਭੁੱਲ ਗਿਆ, ਹੁਣ ਯਾਦ ਆਇਆ ਪੰਥ। ਦੇਖੋ ਚਲੋ ਪਿਛਲੇ ਟਾਈਮ 'ਚ ਕੁਝ ਹੋਈਆਂ ਨੇ, ਕਿਸੇ ਟਾਈਮ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਉਹਦਾ ਖਮਿਆਜ਼ਾ ਅਸੀਂ ਭੁਗਤ ਰਹੇ ਹਾਂ ਜੀ। ਸੋ ਆਉਣ ਵਾਲੇ ਸਮੇਂ 'ਚ ਜੋ ਕਮੇਟੀ ਦੀ ਰਿਪੋਰਟ ਤੇ ਵਿਚਾਰ ਕਰੂ ਪਾਰਟੀ, ਤਾਂ ਮੇਰਾ ਖਿਆਲ ਹੈ ਵੀ ਆਉਣ ਵਾਲੇ ਸਮੇਂ 'ਚ ਪਾਰਟੀ ਫਿਰ ਪੈਰਾਂ ਤੇ ਹੋ ਸਕਦੀ ਹੈ, ਮਜ਼ਬੂਤ ਹੋ ਸਕਦੀ ਹੈ। ਪ੍ਰਧਾਨ ਬਦਲੇ ਜਾ ਸਕਦੇ ਆ? ਦੇਖੋ ਇਹਦੇ ਬਾਰੇ ਤਾਂ ਹੁਣ ਪਾਰਟੀ ਹਾਈ ਕਮਾਂਡ ਹੀ ਦੱਸ ਸਕਦੀ ਆ, ਜਾਂ ਕੋਰ ਕਮੇਟੀ ਜਿਹੜੀ ਹੈਗੀ ਆ ਉਹ ਫੈਸਲਾ ਲੈ ਸਕਦੀ ਆ ਵੀ ਉਹ ਕੀ ਕਰਨਾ ਚਾਹੁੰਦੇ ਨੇ। ਉਹ ਸਾਡਾ ਤਾਂ ਉਹ ਲੈਵਲ ਨਹੀਂ ਹੈਗਾ ਹਜੇ। ਪਰ ਜੇ ਅਸੀਂ ਤੁਹਾਡੇ ਕੈਰੀਅਰ ਵੱਲ ਦੇਖਦੇ ਹਾਂ ਜਾਂ ਰਾਜਨੀਤੀ ਦੇ ਕੈਰੀਅਰ ਵੱਲ ਦੇਖਦੇ ਹਾਂ, ਲੋਕ ਕਹਿੰਦੇ ਆ ਵੀ ਪ੍ਰਧਾਨ ਤੁਸੀਂ ਹੋਣੇ ਚਾਹੀਦੇ ਹੋ, ਤੁਸੀਂ ਕਹਿੰਦੇ ਹੋ ਵੀ ਮੇਰਾ ਲੈਵਲ ਹੈ ਨਹੀਂ ਹਜੇ। ਦੇਖੋ ਪਤਾ ਕੀ ਹੈ ਜੀ, ਇਹ ਜਿਹੜੀ ਪੋਸਟ ਹੈਗੀ ਆ ਪ੍ਰਧਾਨ ਦੀ, ਇਕੱਲੀ ਇੱਕ ਪਾਰਟੀ ਦਾ ਪ੍ਰਧਾਨ ਨਹੀਂ, ਇਹ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਆ। ਸਾਡੇ ਸਿੱਖ ਜਿੱਥੇ ਵੀ ਬੈਠੇ ਨੇ, ਚਾਹੇ ਪੰਜਾਬ ਦੇ ਵਿੱਚ, ਚਾਹੇ ਦੇਸ਼ ਦੇ ਵਿੱਚ, ਚਾਹੇ ਵਿਦੇਸ਼ਾਂ ਦੇ ਵਿੱਚ, ਉਹਨਾਂ ਨੂੰ ਸਾਰਿਆਂ ਨੂੰ ਇਸ ਪਾਰਟੀ ਤੋਂ ਵੱਡੀਆਂ ਆਸਾਂ ਨੇ ਅਤੇ ਉਹ ਸਮਝਦੇ ਆ ਕਿ ਇਹ ਸਾਡੀ ਇੱਕ ਧਿਰ ਜੀ। ਸੋ ਇਸ ਲਈ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ। ਮੈਂ ਨਹੀਂ ਸਮਝਦਾ ਕਿ ਮੈਂ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਦੇ ਕਾਬਿਲ ਹੈਗਾ। ਮੇਰੇ ਤੋਂ ਕਾਬਿਲ ਬਹੁਤ ਪਾਰਟੀ 'ਚ ਬੰਦੇ ਬੈਠੇ ਆ, ਚਲੋ ਫਿਲਹਾਲ ਤਾਂ ਪ੍ਰਧਾਨ ਜੀ ਹੈਗੇ, ਲੇਕਿਨ ਜੇ ਆਪਾਂ ਬਦਲਣ ਦੀ ਗੱਲ ਵੀ ਕਰਦੇ ਆ ਤਾਂ ਬੜੇ ਕਾਬਿਲ ਬੰਦੇ ਨੇ ਜਿਹੜੇ ਪਾਰਟੀ ਦੇ ਵਿੱਚ ਬੈਠੇ ਨੇ, ਜਿਨ੍ਹਾਂ ਦਾ ਤਜਰਬਾ ਵੀ ਆ ਤੇ ਉਹਨਾਂ ਦੇ ਪਰਿਵਾਰਾਂ ਦੀ। ਮਾਫੀ ਚਾਹੂੰਗਾ ਅਲੀ ਸਾਹਿਬ, ਬਹੁਤ ਲੋਕ ਇਹ ਵੀ ਕਹਿ ਰਹੇ ਨੇ ਵੀ ਤੁਹਾਡੇ ਤੋਂ ਕਾਬਿਲ ਕੌਣ ਹੋਊ, ਕਿਉਂਕਿ ਤੁਸੀਂ 2019 ਦੇ ਵਿੱਚ ਜਿਹੜੀ ਇੱਕ ਇਤਿਹਾਸਿਕ ਜਿੱਤ ਜਿੱਤੀ ਸੀ, ਇੱਕ ਮੁੱਖ ਮੰਤਰੀ ਨੂੰ ਹਰਾਇਆ ਸੀ ਜਾਂ ਇੱਕ ਸਰਕਾਰ ਨੂੰ ਮਾਤ ਦਿੱਤੀ ਸੀਗੀ, ਤੇ ਹੁਣ ਫੇਰ ਇੱਕ ਵੇਵ ਚੱਲੀ ਆਮ ਆਦਮੀ ਪਾਰਟੀ ਦੀ, ਉਹਦੇ ਵਿੱਚ ਵੀ ਜੇ ਵੱਡਾ ਕੋਈ ਲੀਡਰ ਜਿੱਤਿਆਗਾ ਉਹ ਮਨਪ੍ਰੀਤ ਸਿੰਘ ਯਾਲੀ ਜਿੱਤਿਆ, ਤੁਸੀਂ ਕਿਉਂ ਨਹੀਂ ਕਾਬਿਲ? ਦੇਖੋ ਹਲਕਾ ਚਲਾਉਣਾ ਹੋਰ ਗੱਲ ਹੈਗੀ ਆ, ਇਹ ਹਲਕੇ ਦੇ ਵਿੱਚ ਕੰਮ ਕਰਨਾ ਉਹ ਵੱਖਰੀ ਗੱਲ ਹੈਗੀ ਆ ਨਾ, ਹਲਕੇ ਦੇ ਲੋਕਾਂ ਨੂੰ। ਲੇਕਿਨ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ, ਅਸੀਂ ਸਮੁੱਚੀ ਕੌਮ ਦੀ ਅਗਵਾਈ ਦੀ ਗੱਲ ਕਰਦੇ ਹਾਂ, ਪਾਰਟੀ ਦੀ ਅਗਵਾਈ ਦੀ ਗੱਲ ਕਰਦੇ ਹਾਂ, ਤਾਂ ਮੇਰਾ ਖਿਆਲ ਆ ਵੀ ਹਜੇ ਉਹ ਸਾਡੇ ਲਈ ਦੂਰ ਦੀ ਗੱਲ ਹੈਗੀ ਆ। ਉਹਦੇ ਲਈ ਤਾਂ ਬੜਾ ਕਾਬਿਲ ਬੰਦਾ ਚਾਹੀਦਾ ਵਾ, ਜਿਹੜਾ ਹਰ ਪਾਸਿਓਂ ਪਰਪੱਕ ਹੋਵੇ, ਹਰ ਪਾਸਿਓਂ, ਹਰ ਪੱਖ ਤੋਂ। ਠੀਕ ਆ, ਅਸੀਂ ਥੋੜ੍ਹਾ, ਜਿਵੇਂ ਮੈਂ ਆਪਣੀ ਜ਼ਿੰਦਗੀ 'ਚ ਸੋਚਦਾ ਵੀ ਇਹ ਪਾਰਟੀ 'ਚ ਜਿਨ੍ਹਾਂ ਨੇ ਕੰਮ ਕਰਨਾ, ਥੋੜ੍ਹਾ ਨਿਸ਼ਕਾਮ, ਜਿਵੇਂ ਆਪਾਂ ਨਿਸ਼ਕਾਮ ਸੇਵਾ ਵਾਲੇ ਆ, ਪਾਰਟੀ ਲਈ ਕੰਮ ਕਰਨ ਨੂੰ ਤਿਆਰ ਆ, ਲੇਕਿਨ ਨਿਸ਼ਕਾਮ, ਕੋਈ ਆਪਾਂ ਨੂੰ ਲੰਬਾ ਚੌੜਾ ਕਿਸੇ ਅਹੁਦੇ ਦੀ ਲੋੜ ਨਹੀਂ ਹੈਗੀ, ਬਿਨਾਂ ਅਹੁਦੇ ਤੋਂ ਵੀ ਕੰਮ ਕੀਤੇ ਜਾ ਸਕਦੇ ਨੇ। ਸੋ ਇਹ ਜਿਹੜੀ ਸੰਸਥਾ ਸਾਡੀ ਸ਼੍ਰੋਮਣੀ ਅਕਾਲੀ ਦਲ, ਜਿਹਨੂੰ ਅਸੀਂ ਆਉਣ ਵਾਲੇ ਸਮੇਂ ਪੈਰਾਂ 'ਤੇ ਖੜ੍ਹਾ ਕਰਨਾ, ਤਾਂ ਇੱਕ ਟੀਮ ਚਾਹੀਦੀ ਹੈ ਜਿਹੜੀ ਨਿਸ਼ਕਾਮ ਬਿਨਾਂ ਅਹੁਦਿਆਂ ਤੋਂ ਕੰਮ ਕਰੇ। ਪ੍ਰਧਾਨਗੀ ਲਈ ਬਹੁਤ ਆ ਜਾਣਗੇ, ਹੋਰ ਅਹੁਦਿਆਂ ਦੇ ਲਈ ਬੜੇ ਅੱਗੇ ਆ ਜਾਣਗੇ, ਲੇਕਿਨ ਮੈਂ ਤਾਂ ਇਹ ਚਾਹੁੰਦਾ ਵੀ ਜੇ ਪਾਰਟੀ ਨੂੰ ਅਸੀਂ ਖੜ੍ਹਾ ਕਰਨਾ, ਇਹ ਦੂਸਰੀਆਂ ਪਾਰਟੀਆਂ ਵਰਗੀ ਪਾਰਟੀ ਨਹੀਂ ਹੈਗੀ। ਕਿਉਂ ਮੈਨੂੰ ਤਕਰੀਬਨ ਹੁਣ 20 ਸਾਲ ਹੋ ਗਏ ਇਸ ਪਾਰਟੀ 'ਚ ਕੰਮ ਕਰਦੇ ਨੂੰ, ਇੱਕ ਵਰਕਰ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਲੇਕਿਨ ਅੱਜ ਜਿਹੜੀ ਮਨ ਦੀ ਸੋਚ ਆ ਵੀ ਇਹ ਸਾਡੀ, ਜਿਸ ਪਾਰਟੀ ਦੀ ਪੰਜਾਬ ਨੂੰ ਵੱਡੀ ਦੇਣ ਆ, ਸਾਡੀ ਕੌਮ ਨੂੰ, ਤੇ ਖਾਸ ਤੌਰ 'ਤੇ ਮੇਰੇ ਲਈ ਵੀ ਜਿੱਥੇ ਤੱਕ ਮੈਂ ਪਹੁੰਚਿਆ, ਇਸ ਪਾਰਟੀ ਨੇ ਬਹੁਤ ਵੱਡਾ ਯੋਗਦਾਨ ਇਸ ਪਾਰਟੀ ਦਾ ਵਾ ਜਿੱਥੇ ਤੱਕ ਪਹੁੰਚੇ ਆ। ਸੋ ਸਾਡੀ ਹੁਣ ਕੋਸ਼ਿਸ਼ ਹੈ ਵੀ ਅਸੀਂ ਇਸ ਪਾਰਟੀ ਲਈ ਕੰਮ ਕਰੀਏ, ਪਰ ਅਹੁਦਿਆਂ ਪਿੱਛੇ ਨਹੀਂ, ਅਹੁਦਿਆਂ ਪਿੱਛੇ ਭੱਜ ਕੇ ਨਹੀਂ। ਪਰ ਤੁਸੀਂ ਇਹ ਤਾਂ ਮੰਨਦੇ ਹੋ ਵੀ ਅਕਾਲੀ ਦਲ ਬਹੁਤ ਕੁਝ ਗਵਾ ਚੁੱਕਿਆ ਹੈਗਾ, ਕੁਝ ਵੀ ਠੀਕ ਨਹੀਂ ਚੱਲ ਰਿਹਾ ਅਕਾਲੀ ਦਲ ਬਾਦਲ ਦੇ ਵਿੱਚ? ਚਲੋ ਹੈ, ਕਮੀਆਂ ਹੈਗੀਆਂ ਨੇ, ਅਸੀਂ ਜਾ ਕੇ ਦੱਸ ਵੀ ਦਿੰਦੇ ਹਾਂ, ਮੈਂ ਤਾਂ ਸਪਸ਼ਟ ਦੱਸ ਦਿੰਦਾ ਜਾ ਕੇ, ਪਰ ਤੁਹਾਡੀ ਸੁਣੀ ਨਹੀਂ ਜਾਂਦੀ। ਚਲੋ ਉੱਤੇ ਫੈਸਲਾ ਲੈਂਦੇ ਨਹੀਂ ਲੈਂਦੇ, ਅਸੀਂ ਤਾਂ ਸਹੀ ਗੱਲਾਂ, ਮੈਂ ਤਾਂ ਪਿਛਲੇ ਕਾਫੀ ਸਾਲਾਂ ਤੋਂ ਦੱਸਦਾ ਆ ਰਹੇ ਹਾਂ, 3-4 ਸਾਲ ਤੋਂ ਦੱਸਦੇ ਆ ਰਹੇ ਹਾਂ। ਪਰ ਇਸ ਵਾਰ ਜਿੰਨਾ ਕਿ ਸਾਨੂੰ ਪਤਾ ਲੱਗਿਆ, ਅਸੀਂ ਫੀਡਬੈਕ ਜਿਹੜੀ ਇਕੱਠੀ ਕੀਤੀ ਹੈ ਪਿਛਲੇ ਦਿਨਾਂ ਦਾ, ਜਦੋਂ ਇਕਬਾਲ ਸਿੰਘ ਝੁੰਡਾ ਕਮੇਟੀ ਦੀ ਰਿਪੋਰਟ ਦਾ ਰੌਲਾ ਪਿਆ ਗਾ ਜਾਂ ਹੋਰ ਗੱਲਾਂ ਗੀਆਂ, ਲੋਕਾਂ ਨੇ ਖਾਸ ਕਰਕੇ ਤੁਹਾਡੇ ਹੀ ਅਕਾਲੀ ਦਲ ਦੇ ਆਈਟੀ ਵਿੰਗ ਨੇ ਆਪ ਮੁਹਾਰੇ ਪੋਸਟਾਂ ਪਾਈਆਂ ਗਈਆਂ ਵੀ ਮਨਪ੍ਰੀਤ ਸਿੰਘ ਯਾਲੀ ਪ੍ਰਧਾਨ ਹੋਣ ਇਸ ਪਾਰਟੀ ਦੇ। ਨਹੀਂ ਚਲੋ ਉਹਨਾਂ ਦੀ ਵੱਖਰੇ ਤੌਰ 'ਤੇ, ਲੇਕਿਨ ਦੇਖੋ ਸਾਡੇ ਵੱਲੋਂ ਜਾਂ ਸਾਡੀ ਕੋਈ ਟੀਮ ਵੱਲੋਂ ਅਸੀਂ ਬਿਲਕੁਲ ਹੀ ਇਹਦੇ ਨਾ ਦਾਅਵੇਦਾਰ ਹੈਗੇ ਹਾਂ, ਨਾ ਬਣਨਾ ਚਾਹੁੰਦੇ ਹਾਂ। ਪਾਰਟੀ ਲਈ ਕੰਮ ਕਰਨਾ ਚਾਹੁੰਦੇ ਹਾਂ ਆਪਾਂ, ਬਸ ਆਪਣੀ ਤਾਂ ਮਨ ਦੀ ਇਹ ਜਿਹੜੀ ਹੈਗੀ ਅੱਛਾ ਵੀ ਅਸੀਂ ਪਾਰਟੀ ਲਈ। ਪਰ ਯਾਲੀ ਸਾਹਿਬ ਤੁਸੀਂ ਪੜ੍ਹੇ ਲਿਖੇ ਹੋ, ਸੂਝਵਾਨ ਹੋ, ਸਭ ਨੂੰ ਪਤਾ ਗਾ ਵੀ ਮਨਪ੍ਰੀਤ ਸਿੰਘ ਯਾਲੀ ਸਿਆਸਤ ਦੇ ਵਿੱਚ ਕਿਵੇਂ ਆਏ, ਕੀ ਹੋਇਆ ਸਾਰਾ ਕੁਛ, ਪਰ ਤੁਹਾਨੂੰ ਨਹੀਂ ਲੱਗਦਾ ਵੀ ਜੇ ਤੁਸੀਂ ਪਾਰਟੀ ਕਰੀ ਜਾਓਗੇ ਤਾਂ ਲੋਕ ਪੰਜਾਬ ਦੇ ਪਿੱਛੇ ਰਹਿ ਜਾਣਗੇ, ਪੰਜਾਬ ਪਿੱਛੇ ਰਹਿ ਜਾਊਗਾ? ਸੱਚ ਕੌਣ ਦੱਸੂ ਲੋਕਾਂ ਨੂੰ? ਚਲੋ ਪਾਰਟੀ ਦੇ ਵਿੱਚ ਜੋ ਤੁਸੀਂ ਕੰਮ ਕਰਨਾ ਨਾ, ਤੁਹਾਨੂੰ ਡਿਸਿਪਲਿਨ ਦੇ ਵਿੱਚ ਵੀ ਰਹਿਣਾ ਪੈਂਦਾ। ਇਹ ਜਿਹੜੀ ਇੱਕ ਸੰਸਥਾ ਹੈਗੀ ਆ, ਠੀਕ ਆ, ਕਿਸੇ ਟਾਈਮ ਜਿਹੜੀ ਅੱਜ ਮੇਰੀ ਹੋਂਦ ਵੀ ਜਿਹੜੀ ਹੈਗੀ ਆ, ਇਹ ਸੰਸਥਾ ਕਰਕੇ ਹੋਂਦ ਆ ਸਾਡੀ, ਹੈ ਨਾ। ਤੇ ਠੀਕ ਆ, ਬਹੁਤ ਕੁਝ ਸਮੇਂ ਦੇ ਨਾਲ ਆਪਦੇ ਆਪ
ਪਰਮਾਤਮਾ ਕੁਛ ਨਾ ਕੁਛ ਆਪਦੇ ਆਪ ਹੀ ਜਿਹੜੀ ਆ ਉਹ ਸਮੇਂ ਕਿੰਨਾ ਬਦਲਾਅ ਬਹੁਤ ਸਾਰੇ ਆ ਜਾਂਦੇ ਨੇ। ਪੰਜਾਬ ਦੇ ਵਿੱਚ ਬਹੁਤ ਥੋੜੇ ਬਜ਼ੁਰਗ ਰਹਿ ਗਏ, ਉਹ ਬਜ਼ੁਰਗ ਸੱਥਾਂ ਦੇ ਵਿੱਚ ਗੱਲਾਂ ਕਰਦੇ ਨੇ ਵੀ ਸਾਡੇ ਬਜ਼ੁਰਗਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਅਕਾਲੀ ਦਲ ਨੇ ਮਿੱਟੀ 'ਚ ਰੋਲਤੀਆਂ। ਇਹ ਗੱਲਾਂ ਸੁਣ ਕੇ ਫਿਰ ਦਰਦ ਹੁੰਦਾ। ਬਿਲਕੁਲ, ਦੇਖੋ ਪੰਜਾਬ ਦੇ ਵਿੱਚੋਂ ਤਾਂ ਇਸ ਪਾਰਟੀ ਤੋਂ ਬਿਨਾਂ ਹੋਰ ਕਿਸੇ ਦੀ ਸਰਕਾਰ ਵੀ ਨਹੀਂ ਹੋਣੀ ਚਾਹੀਦੀ। ਮੈਂ ਤਾਂ ਕਹਿੰਦਾ ਸਰਕਾਰ ਨਾ ਹੋਵੇ, ਪਾਰਟੀ ਇੱਥੇ ਮਜ਼ਬੂਤ ਰਹਿਣੀ ਬੜੀ ਜ਼ਰੂਰੀ ਆ। ਸਰਕਾਰ ਪਿੱਛੇ ਵੀ ਨਾ ਭੱਜੀਏ ਅਸੀਂ। ਸਰਕਾਰ ਦੇ ਵਿੱਚ ਆ ਕੇ ਵੀ ਪਾਰਟੀਆਂ ਕਮਜ਼ੋਰ ਹੋ ਜਾਂਦੀਆਂ ਨੇ। ਸਾਡੀ ਇਹ ਜਿਹੜੀ ਇਹ ਪਾਰਟੀ ਆ, ਇਹ ਲੰਬਾ ਸਮਾਂ ਆਪੋਜੀਸ਼ਨ 'ਚ ਰਹੀ ਆ ਜੀ, ਪੰਜਾਬ ਦੇ ਹੱਕਾਂ ਲਈ ਲੜਦੀ ਰਹੀ ਆ ਜੀ, ਪੰਜਾਬ ਦੇ ਹਿੱਤਾਂ ਲਈ ਲੜਦੀ ਰਹੀ ਆ। ਲੇਕਿਨ ਅੱਜ ਜੋ ਹਾਲਾਤ ਨੇ ਇਹ ਸਾਡੇ ਬੜੇ ਮਾੜੇ ਹੋਏ ਨੇ। ਇਹ ਮੇਰਾ ਖਿਆਲ ਆ ਵੀ ਇਹ ਹਾਲਾਤ ਜਿਹੜੇ ਬਣੇ ਇਹਦੇ ਪਿੱਛੇ ਅਸੀਂ ਸਰਕਾਰ 'ਚ ਆਉਣ ਨਾਲ ਵੀ ਬਣੇ ਨੇ। ਸਰਕਾਰਾਂ 'ਚ ਆ ਕੇ ਜਦੋਂ ਕਈ ਵਾਰ ਕੋਈ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜਾਂ ਫੈਸਲੇ ਇਹੋ ਜਿਹੇ ਲਏ ਜਾਂਦੇ ਨੇ, ਉਹਦੇ ਨਾਲ ਵੀ ਪਾਰਟੀਆਂ ਕਮਜ਼ੋਰ ਹੁੰਦੀਆਂ ਨੇ। ਸੋ ਇਹੀ ਏਜੰਡਾ ਨਹੀਂ ਸਾਡਾ ਚਾਹੀਦਾ ਕਿ ਅਸੀਂ ਸਰਕਾਰ 'ਚ ਆਉਣਾ। ਸਾਡਾ ਏਜੰਡਾ ਚਾਹੀਦਾ ਵੀ ਸਾਡੀ ਪਾਰਟੀ ਪੂਰੀ ਮਜ਼ਬੂਤ ਹੋਵੇ, ਸਾਡੀ ਕਮਿਊਨਿਟੀ ਸਾਡੇ ਨਾਲ ਖੜੇ, ਲੋਕ ਜਿਹੜੇ ਸਾਡੇ ਇਸ ਵਿਚਾਰਧਾਰਾ ਦੇ ਉਹ ਸਾਡੇ ਨਾਲ ਖੜਨ। ਅੱਜ ਉਹ ਸਾਡੇ ਤੋਂ ਨਾਰਾਜ਼ ਹੋਏ ਨੇ। ਸੋ ਮੈਂ ਇਸ ਨੂੰ ਵੱਡੀ ਗੱਲ ਮੰਨਦਾ ਕਿ ਸਰਕਾਰ 'ਚ ਆਉਣ ਦੀ ਬਜਾਏ ਅਸੀਂ ਸਾਡਾ ਇੱਕ ਆਪਣੀ ਹੋਂਦ, ਸਾਡੀ ਪਾਰਟੀ ਦੀ ਹੋਂਦ ਤੇ ਲੋਕਾਂ ਦਾ ਸਾਨੂੰ ਪੂਰਾ ਸਹਿਯੋਗ ਚਾਹੀਦਾ। ਭੁੰਦਰ ਸਾਹਿਬ ਕਹਿੰਦੇ ਨੇ ਵੀ 10 ਸਾਲਾਂ ਦੇ ਸੁੱਖ ਨੇ ਸਭ ਕੁਝ ਖਰਾਬ ਕਰਤਾ, ਮੰਨਦੇ ਹੋ? ਮੈਂ ਤਾਂ ਇਹੀ ਗੱਲ ਕਹਿੰਦਾ ਵੀ ਸਰਕਾਰ ਨੇ ਕਮਜ਼ੋਰ ਕੀਤੀ ਆ ਪਾਰਟੀ। ਸਰਕਾਰਾਂ ਦੇ ਵਿੱਚ ਆ ਕੇ ਕਈ ਵਾਰ ਸਾਡੀ ਲੀਡਰਸ਼ਿਪ ਦੀ ਜਿਹੜੀ ਸੋਚ ਬਦਲ ਜਾਂਦੀ ਆ ਜੀ। ਦੇਖੋ, ਮੈਂ ਸਮਝਦਾ ਕਿ ਤੁਹਾਡੇ ਲਈ ਜਿਹੜਾ ਔਖਾ ਸਮਾਂ ਸਰਕਾਰ 'ਚ ਆ, ਆਪੋਜੀਸ਼ਨ 'ਚ ਤੁਹਾਡੇ ਲਈ ਔਖਾ ਸਮਾਂ ਨਹੀਂ। ਅੱਜ ਆਪੋਜੀਸ਼ਨ 'ਚ ਅਸੀਂ ਪਹਿਲਾਂ ਵੀ ਰਹੇ ਹਾਂ 5 ਸਾਲ, ਸਾਡੇ ਲਈ ਕੋਈ ਔਖੀ ਗੱਲ ਨਹੀਂ ਹੈਗੀ। ਜਦੋਂ ਸਰਕਾਰ 'ਚ ਆ ਜਾਂਦੇ ਫਿਰ ਜ਼ਿੰਮੇਵਾਰੀਆਂ ਬਹੁਤ ਵੱਧ ਜਾਂਦੀਆਂ ਨੇ। ਲੋਕਾਂ ਦੀਆਂ ਆਸਾਂ ਉਮੀਦਾਂ, ਕੋਈ ਵੀ ਕਿਤੇ ਕੋਈ ਘਟਨਾ ਵਾਪਰਦੀ ਆ, ਤੁਸੀਂ ਉਹਦੇ ਲਈ ਜ਼ਿੰਮੇਵਾਰ, ਤੁਹਾਨੂੰ ਠਹਿਰਾਇਆ ਵੀ ਜਾਂਦਾ ਤੇ ਹੁੰਦੇ ਵੀ ਹੋ ਤੁਸੀਂ, ਚਾਹੇ ਉਹ ਕੁਦਰਤੀ ਵਾਪਰਦੀ ਆ। ਜਿਸ ਤਰ੍ਹਾਂ ਆ ਹੁਣ ਸਰਕਾਰ ਚੱਲ ਰਹੀ ਆ, ਵਿਧਾਨ ਸਭਾ ਸੈਸ਼ਨ ਦੇ ਵਿੱਚ ਉਸ ਦਿਨ ਹਜੇ ਸੰਗਰੂਰ ਦਾ ਰਿਜ਼ਲਟ ਨਹੀਂ ਆਇਆ ਸੀ ਜੀ। ਮੈਂ ਉੱਥੇ ਕਿਹਾ ਸੀਗਾ ਵੀ ਤੁਸੀਂ ਕਈ ਉੱਥੇ ਮਾਣ ਕਰਦੇ ਸੀ ਇਸ ਗੱਲ ਦਾ ਵੀ ਅਸੀਂ 92 ਜਿੱਤ ਗਏ। ਤੇ ਮੈਂ ਉਦੋਂ ਵੀ ਕਿਹਾ ਸੀਗਾ ਵੀ ਦੇਖੋ, ਹੰਕਾਰ ਨਾ ਕਰੋ, ਸਭ ਕੁਦਰਤ ਦੇ ਹੱਥ ਆ, ਪਰਮਾਤਮਾ ਦੀ ਖੇਡ ਆ ਸਾਰੀ ਇਹ। ਮੌਕੇ ਹਰ ਇੱਕ ਨੂੰ ਮਿਲ ਜਾਂਦੇ ਨੇ, ਲੇਕਿਨ ਜਦੋਂ ਤੁਹਾਨੂੰ ਮੌਕਾ ਮਿਲਦਾ ਉਸ ਸਮੇਂ ਜੇ ਤੁਸੀਂ ਪਾਵਰ ਦੇ ਵਿੱਚੋਂ ਤੇ ਜੇ ਉਸ ਸਮੇਂ ਤੁਸੀਂ ਸੰਭਲ ਜਾਵੋ, ਉਸ ਸਮੇਂ ਜੇ ਤੁਸੀਂ ਨਿਮਰਤਾ, ਹਲੀਮੀ ਦੇ ਨਾਲ, ਜਿਹੜਾ ਤੁਹਾਡੇ ਵਿੱਚ ਇੱਕ ਸਰਕਾਰ ਦਾ ਜਿਹੜਾ ਇੱਕ ਤੁਹਾਨੂੰ ਆ ਜਾਂਦਾ ਵੀ ਹੰਕਾਰ ਹੋ ਜਾਂਦਾ ਤੁਹਾਨੂੰ ਵੀ ਅਸੀਂ ਸਰਕਾਰ ਦੇ ਵਿੱਚ ਅਸੀਂ ਕੁਝ ਵੀ ਕਰ ਸਕਦੇ ਹਾਂ, ਉਹ ਚੀਜ਼ਾਂ ਫਿਰ ਬੰਦੇ ਨੂੰ, ਸਰਕਾਰ ਨੂੰ ਤੇ ਉਸ ਪਾਰਟੀ ਨੂੰ ਲੈ ਕੇ ਬਹਿ ਜਾਂਦੀਆਂ ਨੇ। ਇਹ ਹੰਕਾਰ ਪਾਰਟੀ ਨੂੰ ਹੋਇਆ ਕਿ ਇੱਕ ਪਰਿਵਾਰ ਨੂੰ? ਮੈਂ ਕਹਿੰਦਾ ਹਰ ਬੰਦੇ 'ਚ ਆ ਜਾਂਦਾ ਵਾ। ਤੁਸੀਂ ਪਾਰਟੀ, ਮੈਂ ਤਾਂ ਹਰ ਪਾਰਟੀ ਦੀ, ਹਰ ਬੰਦੇ ਦੀ ਗੱਲ ਕਰ ਰਿਹਾ ਜੀ। ਜਿਹੜੀ ਵੀ ਪਾਰਟੀ ਸੱਤਾ 'ਚ ਆਉਂਦੀ ਆ, ਜਿਹੜੇ ਲੀਡਰ ਆਉਂਦੇ ਨੇ ਜੀ, ਉਹਨਾਂ 'ਚ ਕਿਤੇ ਨਾ ਕਿਤੇ ਮੈਂ ਪਹਿਲੀ ਵਾਰ ਐਮਐਲਏ ਬਣਿਆ ਜਾਂ ਪਹਿਲੀ ਵਾਰ ਚੇਅਰਮੈਨ ਬਣਿਆ, ਉਦੋਂ ਤੇ ਅੱਜ ਦਾ ਜ਼ਮੀਨ ਸਮਾਨ ਦਾ ਫਰਕ ਆ। ਉਦੋਂ ਅਸੀਂ ਉਦੋਂ ਸੋਚ ਥੋੜੀ ਫਰਕ ਹੁੰਦੀ ਸੀ, ਲੇਕਿਨ ਅੱਜ ਦੇਖੋ ਬਹੁਤ ਗੱਲਾਂ, ਤਜਰਬਾ ਕੀ ਆ, ਆਪਾਂ ਕਹਿੰਦੇ ਵੀ ਉਮਰ ਦੇ ਨਾਲ, ਤਜਰਬੇ ਨਾਲ ਬੰਦਾ ਬਹੁਤ ਕੁਝ ਸਿੱਖਦਾ ਜੀ। ਰਾਜਨੀਤੀ ਕੀ ਆ, ਰਾਜਨੀਤੀ ਦੇ ਵਿੱਚ ਆ ਕੇ ਤੁਹਾਡਾ ਮਕਸਦ ਕੀ ਹੋਣਾ ਚਾਹੀਦਾ? ਤੁਹਾਡਾ ਮਕਸਦ ਸਿਰਫ ਲੋਕਾਂ ਦਾ ਭਲਾ ਹੋਣਾ ਚਾਹੀਦਾ ਜੀ, ਕਿਸੇ ਦਾ ਨੁਕਸਾਨ ਕਰਨਾ ਨਹੀਂ ਹੋਣਾ ਚਾਹੀਦਾ। ਚਾਹੇ ਤੁਹਾਡਾ ਕੋਈ ਉਹ ਵਿਰੋਧੀ ਆ, ਚਾਹੇ ਕੋਈ ਵਿਰੋਧੀ ਪਾਰਟੀ ਦਾ ਵਾ, ਕਿਉਂਕਿ ਜੇ ਤੁਸੀਂ ਪੋਜ਼ਿਟਿਵ ਸੋਚ ਲੈ ਕੇ ਚੱਲੋਗੇ, ਲੋਕਾਂ ਦਾ ਭਲਾ ਲੈ ਕੇ ਚੱਲੋਗੇ, ਤਾਂ ਕੁਦਰਤ ਵੱਲੋਂ, ਪਰਮਾਤਮਾ ਵੱਲੋਂ ਵੀ ਤੁਹਾਡਾ ਸਹਿਯੋਗ ਮਿਲਦਾ ਵਾ, ਉਹਦੀ ਮਿਹਰ ਰਹਿੰਦੀ ਆ ਤੁਹਾਡੇ ਤੇ। ਪਰ ਤੁਹਾਡੇ ਦਿਲ 'ਚ ਕਦੇ ਕੋਈ ਟੀਸ ਨਹੀਂ ਰਹਿੰਦੀ? ਜਿੱਥੇ ਅਹਿਮ ਮੀਟਿੰਗਾਂ ਹੁੰਦੀਆਂ ਗਈਆਂ ਉੱਥੇ ਮਨਪ੍ਰੀਤ ਸਿੰਘ ਇਆਲੀ ਨਜ਼ਰ ਨਹੀਂ ਆਉਂਦੇ, ਰਾਸ਼ਟਰਪਤੀ ਦੀ ਚੋਣ ਵਾਸਤੇ ਉੱਥੇ ਮਨਪ੍ਰੀਤ ਸਿੰਘ ਇਆਲੀ ਨਜ਼ਰ ਨਹੀਂ ਆਉਂਦੇ, ਗਵਰਨਰ ਕੋਲੇ ਜਾਣਾ ਉੱਥੇ ਮਨਪ੍ਰੀਤ ਸਿੰਘ ਇਆਲੀ ਨਜ਼ਰ ਨਹੀਂ ਆਉਂਦੇ, ਵੱਡੇ ਲੀਡਰੋਂ ਇੰਨੀ ਵਾਰ ਚੋਣ ਜਿੱਤੇ ਹੋ? ਮੈਂ ਤਾਂ ਲੀਡਰ, ਪਹਿਲੀ ਗੱਲ ਤਾਂ ਵੱਡਾ ਕਿ ਮੈਂ ਸਮਝਦੇ ਨਹੀਂ ਲੀਡਰ ਆਪਦੇ ਆਪ ਨੂੰ, ਮੈਂ ਤਾਂ ਲੀਡਰ ਹੈ ਹੀ ਨਹੀਂਗਾ। ਅਸੀਂ ਤਾਂ ਇੱਕ ਜਿਵੇਂ ਸਮਾਜ ਸੇਵਕ ਦੇ ਤੌਰ ਤੇ ਕੰਮ ਕਰ ਰਹੇ ਹਾਂ। ਪਰ ਗੱਲ ਇਆਲੀ ਸਾਹਿਬ ਉੱਥੇ ਆ ਜਾਂਦੀ ਹੈ, ਇਹ ਨਹੀਂ ਲੱਗਦਾ ਵੀ ਤੁਸੀਂ ਨੁਕਸਾਨ ਕਰ ਰਹੇ ਹੋ ਖੁਦ ਫਿਰ, ਜੇ ਤੁਸੀਂ ਇਹ ਗੱਲਾਂ ਨਹੀਂ ਸਮਝਦੇ? ਨਹੀਂ, ਚਲੋ ਪਰਮਾਤਮਾ ਦੇ ਹੱਥ ਬਹੁਤ ਕੁਝ ਹੈਗਾ, ਸਮੇਂ ਨਾਲ ਬਹੁਤ ਕੁਝ ਚੱਲੀ ਜਾਣਾ, ਬਹੁਤ ਕੁਝ ਉਹਨੇ ਆਪਦੇ ਆਪ ਸਮੇਂ ਦੇ ਨਾਲ ਹੀ ਤਬਦੀਲੀਆਂ ਵੀ ਆ ਜਾਣੀਆਂ, ਸਮੇਂ ਨਾਲ ਬੜਾ ਕੁਝ ਫਰਕ ਪੈ ਜਾਂਦਾ। ਮੈਂ ਕਿਹੜਾ ਸੋਚਿਆ ਸੀ ਮੈਂ ਤੱਕ ਪਹੁੰਚ ਜਾਊਂਗਾ ਜਿੱਥੇ ਤੱਕ ਮੈਂ ਪਹੁੰਚਿਆ ਵਾ। ਇਸ ਪਾਰਟੀ 'ਚ ਇੱਕ ਵੀ ਲੀਡਰ ਨਹੀਂ ਜਿਹਦੇ ਦਿਲ ਹੋਵੇ ਜਿਹੜਾ ਸੱਚ ਦੱਸ ਸਕੇ ਲੋਕਾਂ ਨੂੰ, ਲੋਕ ਸੱਚ ਸੁਣਨਾ ਚਾਹੁੰਦੇ ਆ। ਗੱਲਾਂ ਤਾਂ ਹੁੰਦੀਆਂ ਕਹਿੰਦੇ ਕੋਰ ਕਮੇਟੀ 'ਚ, ਗੱਲਾਂ ਤਾਂ ਕਹਿੰਦੇ ਸਭ ਕੁਝ ਹੁੰਦੀਆਂ, ਤੁਹਾਨੂੰ ਵੀ ਪਤਾ ਹੈਗਾ, ਪਰ ਕਿਉਂ? ਕਿਉਂਕਿ ਇੱਕ ਪਾਰਟੀ ਹੁੰਦੀ ਫਿਰ ਅਲੱਗ ਸੀ, ਇੱਕ ਸ਼ਹੀਦਾਂ ਦੀ ਜਥੇਬੰਦੀ, ਨੁਮਾਇੰਦਾ ਜਮਾਤ ਸਿੱਖਾਂ ਦੀ, ਪਰ ਇਹ ਹਾਲ ਹੋ ਜਾਣਾ। ਦੇਖੋ, ਇਹ ਪਾਰਟੀ ਨੇ ਤਾਂ ਆਉਣ ਵਾਲੇ ਸਮੇਂ ਸਟੈਂਡ ਕਰਨਾ ਹੀ ਕਰਨਾ, ਸਮਾਂ ਤੁਹਾਡੇ ਸਾਹਮਣੇ ਆਈ ਜਾਣਾ। ਇਹ ਪਾਰਟੀ ਕਦੇ ਨਾ ਕਮਜ਼ੋਰ ਹੋ ਸਕਦੀ ਹੈ ਨਾ ਮਰ ਸਕਦੀ ਹੈ, ਕਦੇ ਇਸ ਪਾਰਟੀ ਦਾ ਸਟੈਂਡ ਕਰਨਾ ਹੀ ਕਰਨਾ ਜੀ। ਠੀਕ ਆ, ਅੱਜ ਮਾੜਾ ਸਮਾਂ ਚੱਲ ਰਿਹਾ ਜੀ, ਇਹਦੇ ਪਿੱਛੇ ਵੀ ਕੋਈ ਕੁਦਰਤ ਦੇ ਕਾਰਨ ਹੋਣਗੇ,
ਜਦੋਂ ਕੋਈ ਚੀਜ਼ ਜ਼ਿਆਦਾ ਥੱਲੇ ਚਲੇ ਜਾਂਦੀ ਫਿਰ ਉੱਠਦੀ ਵੀ ਬਹੁਤ ਆ। ਕੋਈ ਸਪਰਿੰਗ ਨੂੰ ਜਦੋਂ ਜ਼ਿਆਦਾ ਦੱਬਿਆ ਜਾਵੇ ਨਾ ਉਹਨੂੰ ਛੱਡਦੇ ਫਿਰ ਬੁੜਕਦਾ ਵੀ ਆ ਉਹ। ਪਰ ਚਿਹਰਾ ਬਦਲ ਕੀ ਹੋਊ ਸਾਰਾ ਕੁਝ। ਚਲੋ ਇਹ ਤਾਂ ਹੁਣ ਮੈਂ ਇਹਦੇ ਬਾਰੇ ਹਜੇ ਕੁਝ ਨਹੀਂ ਕਹਿ ਸਕਦਾ, ਮੈਂ ਹਜੇ ਕੋਈ ਇੱਦਾਂ ਦੀ ਸਟੇਟਮੈਂਟ ਨਹੀਂ ਦੇਣੀ ਚਾਹੁੰਦਾ। ਤੇ ਲੇਕਿਨ ਪਤਾ ਹੀ ਆ, ਲੀਡਰਸ਼ਿਪ ਨੂੰ ਵੀ ਪਤਾ, ਸਾਨੂੰ ਵੀ ਪਤਾ, ਸਾਰਿਆਂ ਨੂੰ ਪਤਾ ਵੀ ਜਿਹੜੀਆਂ ਕਮੀਆਂ ਤਬਦੀਲੀਆਂ ਜਦ ਤੱਕ ਉਹ ਵਿੱਚ ਲਿਆਂਦੀਆਂ ਨਹੀਂ ਜਾਣਗੀਆਂ, ਕਿਉਂਕਿ ਅੱਜ ਲੋਕ ਜਾਗਰੂਕ ਹੋ ਚੁੱਕੇ ਨੇ। ਅੱਜ ਸਾਨੂੰ ਲੀਡਰਸ਼ਿਪ ਨੂੰ, ਪਾਰਟੀਆਂ ਨੂੰ, ਦੇਖੋ ਆਹ ਸਰਕਾਰ ਬਦਲਾਅ ਦੇ ਨਾਂ 'ਤੇ ਆਈ ਹੈ, ਇਹ ਕਿੰਨਾ ਕੁ ਬਦਲਾਅ ਲਿਆਉਣਗੇ ਤੁਹਾਡੇ ਸਾਹਮਣੇ ਹੀ ਆ। ਕਿਉਂਕਿ ਪਹਿਲਾ ਫੈਸਲਾ ਸੀ ਜਿਹੜਾ ਇਹਨਾਂ ਦਾ ਰਾਜ ਸਭਾ ਮੈਂਬਰਾਂ ਦੀ ਚੋਣ, ਜੀ ਉੱਥੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਵੀ ਸਿਰਫ ਇਹ ਵੋਟਾਂ ਲੈਣ ਲਈ ਗੱਲ ਸੀਗੀ, ਬਦਲਾਅ ਕੋਈ ਨਹੀਂ ਹੈਗਾ। ਕਹਿਣ ਦਾ ਮਤਲਬ ਵੀ ਫੈਸਲਾ ਤੁਹਾਡਾ ਇੱਕ ਫੈਸਲਾ, ਦੂਜਾ ਫੈਸਲਾ ਪਤਾ ਲੱਗ ਜਾਂਦਾ ਲੋਕਾਂ ਨੂੰ। ਸੰਗਰੂਰ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਗਿਆ ਕਿ ਲੋਕਾਂ ਨੂੰ ਅਹਿਸਾਸ ਹੋਇਆ ਵੀ ਅਸੀਂ ਗਲਤ ਫੈਸਲਾ ਲਿਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਬਦਲਾਅ ਹਰ ਬੰਦੇ ਨੂੰ, ਹਰ ਲੀਡਰ ਨੂੰ ਆਪਦੇ ਅੰਦਰ, ਆਪਦੀ ਸੋਚ ਦੇ ਵਿੱਚ, ਪਾਰਟੀ ਦੇ ਵਿੱਚ, ਪਾਰਟੀ ਲੀਡਰਸ਼ਿਪ ਦੇ ਵਿੱਚ, ਪਾਰਟੀਆਂ ਦੇ ਵਿੱਚ ਵੱਡੇ ਬਦਲਾਅ ਲੈ ਕੇ ਆਉਣ ਦੀ ਲੋੜ ਆ। ਸੋ ਉਹ ਸਮਾਂ ਲੰਘ ਗਿਆ ਜਿਹੜਾ ਅੱਗੇ ਸਮਾਂ ਲੰਘਿਆ। ਅੱਜ ਲੋਕਾਂ ਦੇ ਵਿੱਚ ਅਵੇਅਰਨੈਸ, ਜਾਗਰੂਕਤਾ, ਕਿਸਾਨਾਂ ਦਾ ਮੁੱਦਾ ਆਇਆ, ਉਸ ਮੁੱਦੇ 'ਤੇ ਜੋ ਸੰਘਰਸ਼ ਹੋਇਆ ਉਹਨੇ ਇੱਕ ਬਹੁਤ ਵੱਡਾ ਇੱਕ ਮੈਸੇਜ ਦਿੱਤਾ। ਉਸ ਤੋਂ ਬਾਅਦ ਹੁਣ ਮੱਤੇਵਾੜਾ ਦੇ ਵਿੱਚ ਇੰਡਸਟਰੀ ਲੱਗਣ ਲੱਗੀ ਸੀ, ਉੱਤੇ ਫਿਰ ਸਾਰੀਆਂ ਜਥੇਬੰਦੀਆਂ ਪਹੁੰਚੀਆਂ, ਉਹ ਤਾਂ ਸਰਕਾਰ ਨੇ ਕਹਿ ਤਾ ਵੀ ਉਹਨੂੰ ਅਸੀਂ ਰੱਦ ਕਰ ਰਹੇ ਹਾਂ। ਸੋ ਕਹਿਣ ਤੋਂ ਭਾਵ ਕਿ ਇਹ ਜਿਹੇ ਮਾਹੌਲ ਦੇ ਵਿੱਚ ਜਾਂ ਜਿਸ ਤਰ੍ਹਾਂ ਲੋਕ ਅਵੇਅਰ ਹੋ ਰਹੇ ਆ, ਜਾਗਰੂਕ ਹੋ ਰਹੇ ਆ, ਤਾਂ ਸਰਕਾਰਾਂ ਲਈ ਫੈਸਲੇ ਲੈਣੇ ਜਾਂ ਪਾਰਟੀਆਂ ਲਈ ਡਿਸੀਜਨ ਲੈਣੇ ਕੋਈ ਸੌਖੇ ਨਹੀਂ ਹੋਣਗੇ। ਪਰ ਜਦੋਂ ਅਲੀ ਸਾਹਿਬ ਗਲਤੀ ਹੋ ਜਾਂਦੀ ਆ, ਜੇ ਬੱਚੇ ਨੂੰ ਵੀ ਸਮਝਾਈਏ ਸਮਝ ਜਾਂਦਾ ਹੈਗਾ, ਉਦੋਂ ਬਾਅਦ ਵੀ ਕਹਿੰਦੇ ਅਕਾਲੀ ਦਲ 2 ਵੱਡੀਆਂ ਗਲਤੀਆਂ ਕਰ ਗਿਆ। ਚਲੋ 10 ਸਾਲਾਂ ਦੀਆਂ ਗਲਤੀਆਂ, ਲੋਕਾਂ ਨੇ ਜ਼ਮਾਨਤਾਂ ਤੱਕ ਜ਼ਬਤ ਕਰਾਤੀਆਂ, 3 ਸੀਟਾਂ ਤੇ ਰਹਿ ਗਏ। ਪਰ ਸੰਗਰੂਰ ਵਾਲੀ ਇਲੈਕਸ਼ਨ 'ਚ ਕਹਿੰਦੇ ਬਹੁਤ ਵੱਡੀ ਗਲਤੀ ਹੋ ਗਈ, ਸਿਮਰਨਜੀਤ ਸਿੰਘ ਮਾਨ ਦਾ ਤੁਸੀਂ ਸਮਰਥਨ ਨਹੀਂ ਕਰਿਆ, ਤੇ ਹੁਣ ਰਾਸ਼ਟਰਪਤੀ ਚੋਣ ਖਾਤਰ ਸਿਮਰਨਜੀਤ ਸਿੰਘ ਮਾਨ ਸਟੈਂਡ ਲੈ ਰਹੇ ਆ, ਪਰ ਅਕਾਲੀ ਦਲ ਦਾ ਕੋਈ ਸਟੈਂਡ ਨਹੀਂ। ਦੇਖੋ ਤੁਹਾਨੂੰ ਲੀਡਰਸ਼ਿਪ ਨੇ ਦੇਖਣਾ, ਜਿਹੜੇ ਚਲਾ ਰਹੇ, ਮੈਂ ਜ਼ਿਆਦਾ ਕਿੰਤੂ ਪਰੰਤੂ ਨਹੀਂ ਕਰਦਾ। ਮੈਂ ਸੰਗਰੂਰ ਦੇ ਲਈ ਜ਼ਰੂਰ ਸੁਝਾਅ ਦਿੱਤਾ ਸੀਗਾ ਆਪਣਾ ਜੀ, ਵੀ ਤੁਸੀਂ ਸਪੋਰਟ ਕਰੋ ਸਿਮਰਨਜੀਤ ਸਿੰਘ ਮਾਨ ਦੀ ਜੀ, ਤੇ ਜਾਂ ਤਾਂ ਉਹਨੂੰ ਬਿਠਾ ਲਓ ਜਾਂ ਆਪਣਾ ਕੈਂਡੀਡੇਟ ਬਿਠਾ ਲਓ ਜੀ। ਇੱਕ ਪਲੇਟਫਾਰਮ ਤੋਂ ਇਲੈਕਸ਼ਨ ਲੜੀ ਜਾਵੇ। ਪੰਥਕ ਏਕਤਾ ਦੀ ਬੜੀ ਜ਼ਰੂਰੀ ਆ ਜੀ। ਤੇ ਉਹ ਨਹੀਂ ਹੋ ਸਕਿਆ, ਚਲੋ ਵਿੱਚ ਕਈ ਕਾਰਨ ਹੋ ਸਕਦੇ ਆ, ਲੇਕਿਨ ਉਹ ਮਾੜੀ ਗੱਲ ਆ, ਉਸ ਗੱਲ ਦਾ ਦੁੱਖ ਆ ਮੈਨੂੰ ਵੀ ਨਹੀਂ ਹੋਈ ਜੀ। ਤੇ ਲੇਕਿਨ ਫਿਰ ਵੀ ਮਾਨ ਸਾਹਿਬ ਜਿੱਤੇ ਆ, ਤਾਂ ਮੈਂ ਸਮਝਦਾ ਕਿ ਅੱਜ ਵੀ ਲੋਕਾਂ ਦੇ ਅੰਦਰ ਜਿਹੜਾ ਪੰਥਕ ਜਜ਼ਬਾ ਹੈਗਾ, ਲੋਕਾਂ ਨੇ ਅੱਜ ਵੀ ਅਕਾਲੀ ਦਲ ਨੂੰ ਜਿਤਾਇਆ, ਅਕਾਲੀ ਦਲ ਅੰਮ੍ਰਿਤਸਰ ਨੂੰ ਜਿਤਾਇਆ, ਤੇ ਲੋਕ ਪੰਜਾਬ 'ਚ ਚਾਹੁੰਦੇ ਆ ਵੀ ਇੱਥੇ ਅਕਾਲੀ ਦਲ ਦੀ ਸਰਕਾਰ ਹੋਵੇ। ਤੇ ਲੇਕਿਨ ਅਕਾਲੀ ਦਲ ਨੂੰ, ਲੀਡਰਸ਼ਿਪ ਨੂੰ, ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਉਹਨਾਂ ਦੀ ਸੋਚ ਮੁਤਾਬਕ ਚੱਲਣ ਦੀ ਲੋੜ ਹੈਗੀ ਆ ਜੀ। ਜੇ ਮੌਜੂਦਾ ਸਰਕਾਰ ਦੀ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਖਾਸ ਕਰਕੇ ਉਦੋਂ ਦੀ ਚਰਚਾ ਬਹੁਤ ਜ਼ਿਆਦਾ ਵੱਧ ਗਈ ਜਦੋਂ ਦੇ ਰਾਘਵ ਚੱਡਾ ਨੂੰ ਚੇਅਰਮੈਨ ਬਣਾਇਆ ਗਿਆ ਇੱਕ ਕਮੇਟੀ ਦਾ, ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਇਸ ਤਰ੍ਹਾਂ ਦੇ ਜਿਹੜੇ ਫੈਸਲੇ ਨੇ, ਇਹਨਾਂ ਨਾਲ ਆਪ ਹੀ ਆਪਦਾ ਨੁਕਸਾਨ ਕਰ ਰਹੇ ਨੇ ਜੀ। ਪੰਜਾਬ ਦੇ ਜਿਹੜੇ ਲੋਕ ਨੇ ਉਹ ਕਦੇ ਨਹੀਂ ਚਾਹੁੰਦੇ ਕਿ ਸਾਡੇ ਬਾਹਰੀਆਂ ਦੀ ਸਾਡੇ ਤੇ ਇੰਟਰਫੀਰੈਂਸ ਹੋਵੇ, ਦਿੱਲੀ ਤੋਂ ਸਾਡੀ ਸਰਕਾਰ ਚੱਲੇ। ਤੇ ਜੇ ਇਸ ਤਰ੍ਹਾਂ ਦੇ ਫੈਸਲੇ ਦਿੱਲੀ ਤੋਂ ਲਏ ਜਾਣਗੇ ਤਾਂ ਉਹਦਾ ਖਮਿਆਜਾ ਭੁਗਤਣਗੇ ਪਾਰਟੀ ਵਾਲੇ। ਦੇਖੋ ਹਜੇ ਤੱਕ ਕੇਡਰ ਹੀ ਨਹੀਂ ਹੈਗਾ ਪਾਰਟੀ ਕੋਲੇ, ਹਜੇ ਤੱਕ ਕੇਡਰ ਬਣਨਾ ਸੀ। ਕੇਡਰ ਤਾਂ ਬਣਨਾ ਸੀ ਜੇ ਫੈਸਲੇ ਚੰਗੇ ਲਏ ਜਾਂਦੇ ਜੀ। ਹਜੇ ਤਾਂ ਆਪ ਮੁਹਾਰੇ ਵੋਟ ਪੈਂਦੀ ਆ, ਆਪ ਮੁਹਾਰੇ ਵੋਟ ਪੈਂਦੀ ਆ। ਜਿਹੜੇ ਬੰਦੇ ਅੱਗੇ ਆਉਂਦੇ ਨੇ ਕਈ ਵਾਰ ਉਹਨਾਂ ਦਾ ਪਾਰਟੀ ਲਈ ਸੰਬੰਧ ਹੀ ਕੋਈ ਨਾ ਦੇਣ ਹੁੰਦਾ, ਨਾ ਉਹਨਾਂ ਮਗਰ ਵੋਟ ਹੁੰਦੀ ਆ ਜੀ। ਉਹ ਆਪਦੇ ਆਪ ਨੂੰ ਕਈ ਚੌਧਰੀ ਬਣਦੇ ਆ ਵੀ ਮੇਰੇ ਕਰਕੇ ਅਸੀਂ ਬੰਦੇ ਵੋਟਾਂ ਪਵਾਤੀਆਂ। ਵੋਟਾਂ ਤਾਂ ਆਪਦੇ ਮੁਹਾਰੇ ਪੈਂਦੀਆਂ ਨੇ। ਅਸੀਂ ਦੇਖਿਆ 2-3 ਇਲੈਕਸ਼ਨਾਂ ਦੇ ਵਿੱਚ ਵੀ ਜਿੱਥੇ ਕਿਤੇ ਬੂਥ ਲਾਉਣ ਬੰਦਾ ਵੀ ਨਹੀਂ ਸੀਗਾ ਇਹਨਾਂ ਕੋਲੇ, ਉੱਥੋਂ ਵੀ ਵੋਟ ਪਈ ਆ। ਕਿਤੇ 800 ਵੋਟ ਪਈ ਆ, ਕਿਤੇ ਪਿੰਡ 'ਚੋਂ 900 ਵੋਟ ਪਈ ਆ। ਇੱਕ ਬੰਦਾ ਵੀ ਹੈ ਨਹੀਂ ਜਿਹੜਾ ਕਹੇ ਕਿ ਮੈਂ ਆਪ ਨੂੰ ਵੋਟ ਪਾਈ। ਅੱਜ ਵੀ ਨਹੀਂ ਮੰਨਣ ਨੂੰ ਤਿਆਰ ਹੈਗਾ। ਵੋਟ ਆਪ ਮੁਹਾਰੇ ਪੈ ਗਈ, ਸੋਸ਼ਲ ਮੀਡੀਆ ਰਾਹੀਂ ਪੈ ਗਈ, ਜਿਵੇਂ ਵੀ ਪੈ ਗਈ। ਲੇਕਿਨ ਕੈਡਰ ਤਾਂ ਸਰਕਾਰ 'ਚ ਬਣਨਾ ਸੀ, ਪਰ ਜਦੋਂ ਫੈਸਲੇ ਗਲਤ ਲਏ ਜਾ ਰਹੇ। ਹੁਣ ਸੰਗਰੂਰ ਦੀ ਹਾਰ ਤੋਂ ਬਾਅਦ ਫਿਰ ਪਿੱਛੇ ਹਟ ਕੇ ਜਿਹੜੇ ਅੱਗੇ ਲੱਗਣਾ ਚਾਹੁੰਦੇ ਵੀ ਨਹੀਂ, ਇਹ ਤਾਂ ਪਾਰਟੀ ਦਾ ਫਿਊਚਰ ਨਹੀਂ ਹੈਗਾ। ਜਿਸ ਤਰ੍ਹਾਂ ਫੈਸਲਾ ਲਿਆ ਇਹਦੇ ਨਾਲ ਹੋਰ ਲੋਕਾਂ ਨੇ ਪਿੱਛੇ ਹਟਣਾ ਵਾ। ਜਿਹੜੇ ਪੰਜਾਬ ਹਿਤੈਸ਼ੀ ਲੋਕ ਨੇ, ਪੰਜਾਬ ਦਰਦੀ ਲੋਕ ਨੇ, ਜਾਂ ਜਿਨ੍ਹਾਂ ਨੂੰ ਇਸ ਗੱਲ ਨਾਲ ਹੈਗਾ ਅਵੇਅਰ ਹੈਗੇ ਨੇ ਜਿਹੜੇ, ਉਹ ਫਿਰ ਅੱਗੇ ਨਹੀਂ ਲੱਗਣਗੇ। ਸੋ ਇਸ ਤਰ੍ਹਾਂ ਪਾਰਟੀ ਫਿਰ ਆਉਣ ਵਾਲੇ ਸਮੇਂ 'ਚ ਡਾਊਨਫਾਲ ਜਾਊਗੀ। ਜਿੰਨੇ ਕੁ ਲੋਕ ਜਾਗਰੂਕ ਹੋ ਗਏ, ਚਾਹੇ ਉਹ ਤੁਹਾਡੀ ਪਾਰਟੀ ਹੋਵੇ, ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ, ਸਾਰੇ ਰਾਜਨੀਤਿਕ ਢਾਂਚੇ ਦੀ ਗੱਲ ਕਰਦੇ ਆ ਪੰਜਾਬ ਸੂਬੇ ਨੂੰ ਮੂਹਰੀ ਰੱਖ ਕੇ, ਜਿੰਨੇ ਕੁ ਲੋਕ ਅਵੇਅਰ ਹੋਏ ਆ, ਤੁਹਾਨੂੰ ਲੱਗਦਾ ਵੀ ਇਹ ਕੰਮ ਬਹੁਤੀ ਟਾਈਮ ਚੱਲੂ ਜਾਂ ਲੀਡਰਾਂ ਨੂੰ ਆਪਣੀ ਸੋਚ ਬਦਲਣੀ ਪਊ? ਮੈਂ ਤਾਂ ਪਹਿਲਾਂ ਹੀ ਕਹਿ ਹਟਿਆ ਵੀ ਬਦਲਾਅ ਤਾਂ ਆਉਣਾ ਹੀ ਆਉਣਾ। ਇਹ ਕਿੰਨਾ ਕੁ ਲੈ ਕੇ ਆਉਂਦੇ ਆ ਉਹ ਸਮਾਂ ਦੱਸੂ, ਲੇਕਿਨ ਲੋਕਾਂ ਦੇ ਵਿੱਚ ਕਾਫੀ ਆ ਚੁੱਕਿਆ ਵਾ। ਹੋਰ ਵੀ ਲੋਕਾਂ 'ਚ ਵੀ ਆਉਣ ਦੀ ਲੋੜ ਆ, ਲੋਕ ਹੋਰ ਜਾਗਰੂਕ ਹੋਣ। ਤੇ ਲੀਡਰਸ਼ਿਪ ਤੇ ਪਾਰਟੀਆਂ ਨੂੰ ਤਾਂ ਆਪਣੀ ਸੋਚ ਬਦਲਣੀ ਪੈਣੀ ਹੈ, ਬਦਲਾਅ ਲੈ ਕੇ ਆਉਣਾ ਹੀ ਪੈਣਾ।
ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਮਾਨਦਾਰ ਬੰਦੇ ਨੇ, ਨਿਸ਼ਕਾਮ ਨੇ, ਜਿਹੜੇ ਵਾਕਈ ਅੰਦਰ ਤੇ ਬਾਹਰੋਂ ਇੱਕੋ ਜਿਹੇ ਨੇ। ਕਈ ਦੇਖੋ ਲੋਕਾਂ ਦੇ ਵਿੱਚ ਜਾ ਕੇ ਲੀਡਰ ਹੋਰ ਦਿਖਾਵਾ ਕਰਦੇ, ਅੰਦਰੋਂ ਕੁਝ ਹੋਰ ਹੁੰਦੇ ਆ। ਸੋ ਇਹ ਜਦੋਂ ਅੰਦਰ ਬਾਹਰ ਇੱਕ ਗੱਲ ਹੋ ਗਈ ਤੇ ਲੋਕਾਂ ਦੇ ਵਿੱਚ ਚੰਗੀ ਲੀਡਰਸ਼ਿਪ ਆਉਣ ਵਾਲੇ ਸਮੇਂ 'ਚ ਅੱਗੇ ਆਊ, ਨੌਜਵਾਨ ਵੱਧ ਤੋਂ ਵੱਧ ਅੱਗੇ ਆਉਣਗੇ, ਤਾਂ ਮੇਰਾ ਖਿਆਲ ਆ ਵੀ ਸੁਧਾਰ ਹੋ ਸਕਦਾ। ਦੇਖੋ ਸਾਡਾ ਇੰਟਰਸਟ ਕਿਸੇ ਵੀ ਪਾਰਟੀ 'ਚ ਕੰਮ ਕਰਦੇ ਆ, ਇੰਟਰਸਟ ਹੋਣਾ ਚਾਹੀਦਾ ਲੋਕ ਭਲਾਈ ਦਾ, ਲੋਕ ਸੇਵਾ ਦਾ ਜੀ, ਇੰਟਰਸਟ ਹੋਣਾ ਚਾਹੀਦਾ ਪੰਜਾਬ ਦੀ ਭਲੇ ਦਾ। ਤੇ ਅਸੀਂ ਤਾਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਤੇ ਲੱਗੇ ਰਹਿੰਦੇ ਹਾਂ, ਦੂਜੇ ਮਾੜੇ ਨੇ ਜੀ। ਮੈਂ ਜਲਦੀ ਕਿਤੇ ਕਿਸੇ ਨੂੰ ਮਾੜਾ ਕਹਿ ਕੇ ਖੁਸ਼ ਨਹੀਂ ਹੈਗਾ, ਮੈਂ ਕਿਸੇ ਦੇ ਖਿਲਾਫ ਸਟੇਟਮੈਂਟ ਦੇ ਕੇ ਵੀ ਖੁਸ਼ ਨਹੀਂ ਹੈਗਾ। ਠੀਕ ਆ ਕਿ ਗੱਲਾਂ ਹੁੰਦੀਆਂ, ਸਾਨੂੰ ਰਾਜਨੀਤੀ ਕਹਿਣੀਆਂ ਪੈਂਦੀਆਂ ਨੇ ਸੋ, ਲੇਕਿਨ ਵੀ ਤੁਸੀਂ ਪੋਜ਼ਿਟਿਵ ਗੱਲ ਕਰੋ, ਭਲੇ ਦੀ ਗੱਲ ਕਰੋ। ਜੇ ਵਿਰੋਧੀ ਕੋਈ ਚੰਗਾ ਕਰਦਾ ਉਹਦੀ ਕਿਤੇ ਨਾ ਕਿਤੇ ਜ਼ਰੂਰ ਸਿਫਤ ਜ਼ਰੂਰ ਕਰੋ। ਅਸੀਂ ਬਹੁਤ ਕੁਛ ਆਪਦੀ ਜ਼ਿੰਦਗੀ ਦੇ ਵਿੱਚ ਵਿਰੋਧੀਆਂ ਤੋਂ ਵੀ ਸਿੱਖਦੇ ਹਾਂ। ਵਿਰੋਧੀ ਕਿਤੇ ਸਾਨੂੰ, ਮੇਰੀ ਕਾਮਯਾਬੀ ਦੇ ਵਿੱਚ ਵਿਰੋਧੀਆਂ ਦਾ ਬਹੁਤ ਯੋਗਦਾਨ ਆ। ਉਹ ਜਦੋਂ ਤੁਹਾਨੂੰ ਜ਼ਿਆਦਾ ਟਾਰਗੇਟ ਕਰਦੇ ਆ ਤਾਂ ਤੁਸੀਂ ਫਿਰ ਹੋਰ ਤਕੜੇ ਹੋ ਜਾਂਦੇ ਹੋ। ਸੋ ਵਿਰੋਧ ਤੋਂ ਬਿਨਾਂ ਵੀ ਨਹੀਂ ਤੁਸੀਂ ਸਰਵਾਈਵ ਕਰ ਸਕਦੇ, ਲੇਕਿਨ ਥੋੜ੍ਹੀ ਜਿਹੀ ਪੋਜ਼ਿਟਿਵ ਹੋਵੇ ਤਾਂ ਵਿਰੋਧ ਤਾਂ ਜਾਂ ਠੀਕ ਰਹਿੰਦਾ ਵਾ। ਤੇ ਆਪਾਂ ਐਵੇਂ ਅੱਜ ਦੇ ਸਮੇਂ 'ਚ ਸੋਸ਼ਲ ਮੀਡੀਆ ਤੇ ਅਸੀਂ ਇੱਕ ਦੂਸਰੇ ਦਾ ਉਸ ਲੈਵਲ ਤੱਕ ਚਲੇ ਜਾਂਦੇ ਹਾਂ, ਇੱਕ ਦੂਜੇ ਨੂੰ ਨੀਵਾਂ ਦਿਖਾਉਣ, ਤੇ ਉਹ ਮਾੜੀ ਗੱਲ ਹੈਗੀ ਆ। ਉਸ ਪਾਸੇ ਨਹੀਂ ਜਾਣਾ ਚਾਹੀਦਾ। ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਦੋਂ ਅਸੀਂ ਇਹ ਚੀਜ਼ਾਂ ਦੇਖਦੇ ਹਾਂ, ਕੋਈ ਵੀ ਲੀਡਰ ਹੋਵੇ, ਤੁਹਾਡੀ ਪਾਰਟੀ ਦਾ, ਬੇਗਾਨੀ ਪਾਰਟੀ ਦਾ, ਜਦੋਂ ਵੀ ਪੋਸਟਾਂ ਪੈਂਦੀਆਂ ਜਾਂ ਕੁਝ ਵੀ ਆ, ਜਿਹੜੀ ਥੱਲੇ ਸ਼ਬਦਾਵਲੀ ਵਰਤੀ ਜਾਂਦੀ ਹੈ, ਤੁਹਾਨੂੰ ਲੱਗਦਾ ਉਹਦੇ ਲਈ ਕਿਤੇ ਨਾ ਕਿਤੇ ਹੁਣ ਲੀਡਰ ਹੀ ਜ਼ਿੰਮੇਵਾਰ ਹੋਗੇ? ਕਿਉਂਕਿ ਲੋਕ ਇੰਨੇ ਕੱਕ ਚੁੱਕੇ ਨੇ, ਜਿਹੇ ਜੀ ਰਾਜਾ ਵੜਿੰਗ ਦਾ ਵਿਰੋਧ ਹੋਇਆ ਮੱਤੇਵਾੜਾ ਜੰਗਲ, ਜਾਂ ਹੋਰ ਲੀਡਰਾਂ ਨੂੰ ਬੋਲਿਆ ਗਿਆ, ਵੀ ਉਹਦਾ ਕਾਰਨ ਵੀ ਕਿਤੇ ਨਾ ਕਿਤੇ ਆਪ ਹੀ ਲੀਡਰ ਨੇ। ਦੇਖੋ ਕਿਤੇ ਲੀਡਰ ਵੀ ਨੇ, ਕਿਤੇ ਸਾਡੇ ਜਿਹੜੇ ਬੰਦੇ ਬਿਠਾਏ ਹੁੰਦੇ ਨੇ ਪਾਰਟੀਆਂ ਦੇ, ਵੀ ਸਿਰਫ ਦੂਜੇ ਨੂੰ ਮਾੜਾ ਹੀ ਕਹਿਣ ਲਈ ਉਹਨਾਂ ਨੂੰ ਹੁੰਦਾ ਵੀ ਬਸ ਤੁਸੀਂ ਤੈਨੂੰ ਮਾੜਾ ਹੀ ਕਹਿਣਾ। ਇਹ ਨਹੀਂ ਪਤਾ ਹੁੰਦਾ ਵੀ ਕੋਈ ਇਹ ਫੈਸਲਾ ਚੰਗਾ ਵੀ ਆ ਜਾਂ ਉਹਦੀ ਗੱਲ ਦਾ ਮਤਲਬ ਕੀ ਆ। ਤੇ ਉਹ ਬਸ ਉਹ ਜਿਹੜੀਆਂ ਆਈਟੀ ਟੀਮਾਂ ਬੈਠੀਆਂ ਨੇ ਤੇ ਉਹ ਸਿਰਫ ਨਿੰਦਣ ਲਈ ਬੈਠੀਆਂ ਨੇ ਵੀ ਜੇ ਦੂਜੇ ਨੇ ਕੁਝ ਕਰਤਾ ਉਹਨੂੰ ਮਾੜਾ ਹੀ ਕਹਿਣਾ। ਸੋ ਇਹ ਚੀਜ਼ਾਂ ਸਮੇਂ ਨਾਲ ਇਹ ਵੀ ਬਦਲ ਜਾਣਾ ਵਾ। ਇੱਕ ਟਾਈਮ ਸੀ ਸੋਸ਼ਲ ਮੀਡੀਆ ਤੇ ਸਿਰਫ ਕ੍ਰਿਟਿਸਿਜ਼ਮ ਹੀ ਹੁੰਦਾ ਸੀਗਾ, ਉੱਥੇ ਬਸ ਨੈਗੇਟਿਵ। ਹੁਣ ਸਮੇਂ ਨਾਲ ਥੋੜਾ ਬਦਲਣ ਲੱਗ ਗਿਆ। ਤੁਸੀਂ ਦੇਖਿਓ ਇੱਕ ਵਾਰ ਸੋਸ਼ਲ ਮੀਡੀਆ ਇੱਕ ਇੱਦਾਂ ਦਾ ਪਲੇਟਫਾਰਮ ਮਿਲਿਆ ਵੀ ਉੱਥੇ ਕੋਈ ਵੀ ਕੁਝ ਗੱਲ ਕਹਿ ਸਕਦਾ। ਅਖਬਾਰਾਂ ਤੇ ਸੈਂਸਰ ਆ, ਮੀਡੀਆ ਤੇ ਸੈਂਸਰ ਹੈਗਾ, ਲੇਕਿਨ ਇਹਦੇ ਤੇ ਕੋਈ ਰੋਕ ਹੀ ਨਹੀਂ ਕੋਈ ਜੀ। ਲੇਕਿਨ ਹੌਲੀ ਉੱਤੇ ਇੰਨਾ ਕੁਝ ਕਰਕੇ ਨੈਗੇਟਿਵ ਉਹ ਲੋਕਾਂ ਨੇ ਵੀ ਅੱਕ ਜਾਣਾ। ਹੁਣ ਇਹਦੇ ਤੇ ਵੀ ਹੌਲੀ ਪੋਜ਼ਿਟਿਵ ਮਾਹੌਲ ਬਣਨ ਲੱਗ ਗਿਆ ਜੋ ਮੈਂ ਦੇਖ ਰਿਹਾ। ਅਕਾਲੀ ਦਲ ਆਪਣੇ ਆਈਟੀ ਵਿੰਗ ਨੂੰ ਕਹਿ ਰਿਹਾ ਹੈਗਾ ਵੀ ਤੁਸੀਂ ਵੀ ਮੈਂ ਤਾਂ ਚਲਾ ਨਹੀਂ ਰਿਹਾ ਅਕਾਲੀ ਦਲ ਦੱਸੂਗਾ ਨਾ। ਉਹ ਜਿਹੜੇ ਚਲਾਉਂਦੇ ਨੇ, ਜਿਹਨਾਂ ਕੋਲ ਕੰਟਰੋਲ ਹੈਗਾ, ਉਹ ਦੱਸਣ ਵੀ ਕਿਵੇਂ ਚਲਾ ਰਹੇ ਨੇ। ਪਰ ਤੁਹਾਡੇ ਹਲਕੇ ਦਾ ਜਿਹੜਾ ਆਈਟੀ ਵਿੰਗ ਚੱਲ ਰਿਹਾ, ਮੇਰਾ ਕੋਈ ਆਈਟੀ ਵਿੰਗ ਨਹੀਂ ਹੈਗਾ। ਤੁਸੀਂ ਨਹੀਂ ਚਲਾਉਂਦੇ? ਕੋਈ ਆਈਟੀ ਵਿੰਗ ਨਹੀਂ। ਮੈਂ ਕਦੇ ਕਿਸੇ ਦੇ ਖਿਲਾਫ ਨਹੀਂ ਕੋਈ ਗੱਲ ਕਰਦਾ ਹੈਗਾ ਜੀ, ਨਾ ਮੈਂ ਚਾਹੁੰਦਾ ਕੋਈ ਕਮੈਂਟ ਕਿਸੇ ਦੇ ਖਿਲਾਫ ਲਿਖਿਆ ਜਾਵੇ। ਬਿਲਕੁਲ ਵੀ ਅਸੀਂ ਇਹਨਾਂ ਚੀਜ਼ਾਂ ਦੇ ਡਟ ਕੇ ਅਗੇਂਸਟ ਹੈਗੇ ਹਾਂ। ਬਿਲਕੁਲ ਹੀ ਮੈਂ ਤਾਂ ਪੋਜ਼ਿਟਿਵ ਪੋਲਿਟਿਕਸ ਦੇ ਹੱਕ ਦੇ ਵਿੱਚ ਹਾਂ ਜੀ। ਅੱਜ ਦੀ ਜਿਹੜੀ ਸੋਚ ਹੈਗੀ, ਪਹਿਲਾਂ ਵੀ ਰਹੀ ਹੈ, ਹਮੇਸ਼ਾ ਹੀ ਪੋਜ਼ਿਟਿਵ ਰਹੀ ਆ, ਤੇ ਲੇਕਿਨ ਆਉਣ ਵਾਲੇ ਸਮੇਂ 'ਚ ਹੋਰ ਜ਼ਿਆਦਾ ਪੋਜ਼ਿਟਿਵ ਜਾ ਰਹੇ ਹਾਂ। ਮੈਂ ਆਪਦਾ ਕਿਸੇ ਨੂੰ ਵਿਰੋਧੀ ਨਹੀਂ ਮੰਨਦਾ ਹੈਗਾ, ਮੈਂ ਕਿਸੇ ਨੂੰ ਆਪਣਾ ਦੁਸ਼ਮਣ ਨਹੀਂ ਮੰਨਦਾ। ਕਿਸੇ ਦੇ ਪ੍ਰਤੀ ਮੇਰੇ ਮਨ 'ਚ ਕੋਈ ਰੰਜਿਸ਼ ਨਹੀਂ ਹੈਗੀ, ਕਿਸੇ ਦੇ ਪ੍ਰਤੀ ਵੀ। ਕਿਸੇ ਨੇ ਕੋਈ ਬੜਾ ਕਿਸੇ ਟਾਈਮ ਮਾੜਾ ਵੀ ਸੋਚਿਆ ਹੋਊ, ਕੁਛ ਕਿਹਾ ਵੀ ਹੋਊਗਾ, ਠੀਕ ਆ, ਅਸੀਂ ਇਸ ਲਾਈਨ ਦੇ ਵਿੱਚ ਆ, ਕਹਿ ਜਾਂਦੇ ਆ। ਲੇਕਿਨ ਪਰਮਾਤਮਾ ਨੇ ਜਿੱਥੇ ਲਿਆ ਕੇ ਜਿਸ ਹਾਲਾਤਾਂ ਦੇ ਵਿੱਚ ਮੈਨੂੰ ਇੱਥੇ ਖੜਾ ਕੀਤਾ, ਤੇ ਉਸ ਲਈ ਮੈਨੂੰ ਤਾਂ ਲੱਗਦਾ ਵੀ ਉਹ ਵੀ ਠੀਕ ਹੀ ਸੀ ਜੋ ਕਹਿੰਦੇ ਸੀਗੇ। ਜੋ ਕਿਹਾ ਉਹਨਾਂ ਨਾਲ ਅਸੀਂ, ਸਾਡੇ ਨਾਲ ਕਿਤੇ ਨਾ ਕਿਤੇ ਤੁਸੀਂ ਨਿੰਦਿਆ ਜੋ ਝੂਠੀ ਵੀ ਕਰਦੇ ਨੇ, ਉਸ ਬੰਦੇ ਦੀ ਵੀ ਮੈਂ ਕਹਿੰਦਾ ਤਰੱਕੀ ਹੋ ਜਾਂਦੀ ਆ। ਖਾਸ ਕਰਕੇ ਚੰਡੀਗੜ੍ਹ ਨੂੰ ਲੈ ਕੇ, ਪੰਜਾਬ ਯੂਨੀਵਰਸਿਟੀ ਨੂੰ ਲੈ ਕੇ, ਤੇ ਹੁਣ ਜਿਹੜਾ ਇੱਕ ਹੋਰ ਦੇਸ਼ ਦੇ ਗ੍ਰਹਿ ਮੰਤਰੀ ਨੇ ਕਿਹਾ ਗਾ ਵੀ ਹਰਿਆਣਾ ਆਪਣੀ ਜਿਹੜੀ ਵਿਧਾਨ ਸਭਾ ਅਲੱਗ ਬਣਾ ਸਕਦਾ ਗਾ, ਜ਼ਮੀਨ ਦਿੱਤੀ ਜਾਵੇ। ਤੇ ਉਦੋਂ ਬਾਅਦ ਮੁੱਖ ਮੰਤਰੀ ਸਾਹਿਬ ਦਾ ਵੀ ਟਵੀਟ ਆਉਂਦਾ ਭਗਵੰਤ ਮਾਨ ਦਾ, ਉਹਦੇ ਅਕਾਲੀ ਦਲ ਦਾ ਸਟੈਂਡ। ਦੇਖੋ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਦੇ ਜਿਹੜੇ ਮੁੱਦੇ ਹੈਗੇ ਨੇ, ਜਿਹਦੇ ਵਿੱਚ ਚੰਡੀਗੜ੍ਹ ਦਾ ਮੇਨ ਮਸਲਾ ਹੈਗਾ। ਚੰਡੀਗੜ੍ਹ ਪੰਜਾਬ ਦਾ ਵਾ, ਪੰਜਾਬ ਦਾ ਹੱਕ ਆ, ਪੰਜਾਬ ਦੀ ਜ਼ਮੀਨ 'ਤੇ ਬਣਿਆ, ਪੰਜਾਬ ਦੇ ਪਿੰਡ ਉਜਾੜ ਕੇ ਬਣਿਆ। ਪੇਰੈਂਟਲ ਜਿਹੜੀ ਬਾਡੀ ਹੁੰਦੀ ਆ, ਉਹਦੇ ਜਿੱਥੇ ਵੀ ਹੋਰ ਜਿਹੜੀਆਂ ਸਟੇਟ 'ਚੋਂ ਸਟੇਟਾਂ ਨਿਕਲੀਆਂ ਨੇ, ਜਿਹੜਾ ਪਿਤਰੀ ਸੂਬਾ ਸੀਗਾ ਜਾਂ ਪੇਰੈਂਟਲ ਬਾਡੀ ਸੀਗੀ ਜਿਹੜੀ, ਉਹਨੂੰ ਹੀ ਉੱਥੋਂ ਦੀ ਰਾਜਧਾਨੀ ਦਿੱਤੀ ਗਈ ਆ, ਪਰ ਪੰਜਾਬ ਨੂੰ ਨਹੀਂ ਮਿਲੀ ਅਜੇ ਤੱਕ। ਇਹ ਪੰਜਾਬ ਦਾ ਹੱਕ ਹੈਗਾ। ਕਈ ਵਾਰ ਐਲਾਨ ਵੀ ਕੀਤੇ, ਦਿੱਤਾ ਨਹੀਂ ਗਿਆ। ਜੇ ਹਰਿਆਣੇ ਨੂੰ ਜਗ੍ਹਾ ਦੇਣੀ ਆ ਵਿਧਾਨ ਸਭਾ ਬਣਾਉਣੀ, ਹਰਿਆਣੇ 'ਚ ਦੇ ਦੇਣ, ਹਰਿਆਣੇ ਦੇ ਕਿਤੇ ਕਿਸੇ ਸ਼ਹਿਰ 'ਚ ਬਣਾ ਲੈਣ ਉਹ ਆਪਣੀ। ਚੰਡੀਗੜ੍ਹ ਦੇ ਵਿੱਚ ਇਹ ਦੇਣਾ ਬਿਲਕੁਲ ਹੀ ਧੱਕਾ ਹੈ। ਸ਼ਰੇਆਮ ਇਹ ਪੰਜਾਬ ਨਾਲ ਜਾਤੀ ਆ, ਧੱਕੇਸ਼ਾਹੀ ਆ। ਦੂਸਰੀ ਜਿਹੜੀ ਸੀਐਮ ਸਾਹਿਬ ਸਾਡੇ ਭਗਵੰਤ ਮਾਨ ਜੀ ਕਹਿੰਦੇ ਵੀ ਸਾਨੂੰ ਉਹ ਵਿਧਾਨ ਸਭਾ ਸਾਡੀ ਹੈ ਤਾਂ ਹੈਗੀ ਆ, ਤਾਂ ਹੈ ਹੀ ਸਾਡੀ ਆ, ਤੁਸੀਂ ਕਾਹਦੇ ਲਈ ਮੰਗ ਕਰਨੀ ਆ? ਉਹਨਾਂ ਨੂੰ ਕਿਤੇ ਹੋਰ ਦੇਣਗੇ। ਉਹ ਕਹਿਣਾ ਤਾਂ ਇਹ ਬਣਦਾ ਸੀ ਵੀ ਇਹਨਾਂ ਨੂੰ ਪੰਜਾਬ ਤੋਂ ਬਾਹਰ ਦਿਓ ਜਗ੍ਹਾ। ਵਿਧਾਨ ਸਭਾ ਤਾਂ ਹੈ ਹੀ ਪੰਜਾਬ ਦੀ ਆ। ਜਿਹੜਾ
ਮੈਂਬਰ ਲੈਜਿਸਲੇਟਿਵ ਕਾਉਂਸਲ ਦਾ ਜਿਹੜਾ ਹੈਗਾ ਹਾਲ, ਮੀਟਿੰਗ ਹਾਲ ਜਿਹੜਾ, ਉੱਥੇ ਉਹਨਾਂ ਦੀ ਵਿਧਾਨ ਸਭਾ ਚੱਲ ਰਹੀ ਆ। MLC ਹੁੰਦੇ ਸੀ ਪਹਿਲਾਂ, ਜਿਹੜੇ ਕਈ ਸਟੇਟਾਂ 'ਚ ਅੱਜ ਵੀ ਹੈਗੇ ਨੇ। ਸਾਡੀ ਉਹ MLC ਜਿਹੜੀ ਹੈਗੀ ਭੰਗ ਕੀਤੀ ਹੋਈ ਆ ਜੀ। ਤੇ ਉਹ ਜਿਹੜਾ ਹਾਲ ਹੈਗਾ ਮੈਂਬਰ ਲੈਜਿਸਲੇਟਿਵ ਕਾਉਂਸਲ ਦਾ, ਉੱਥੇ ਉਹਨਾਂ ਦੀ ਵਿਧਾਨ ਸਭਾ ਚੱਲ ਰਹੀ ਆ। ਸੋ ਉਹਨਾਂ ਨੂੰ ਲੋੜ ਹੈਗੀ ਆ ਉਹ ਆਪਦੀ ਹਰਿਆਣੇ 'ਚ ਬਣਾ ਲੈਣ। ਪੰਜਾਬ ਦੇ ਪਾਣੀ, ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਉਹ ਤੋਂ ਬਿਨਾਂ ਜਿਹੜੀ ਹੈਗੀ ਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ। ਸੋ ਇਹ ਇੱਥੇ ਜਿੱਥੇ ਵੀ ਜਿਹੜੀ ਨਜਾਇਜ਼ ਇੰਟਰਫੀਰੈਂਸ ਜਿਹੜੀ ਹੋ ਰਹੀ ਆ, ਹੁਣ ਪਿੱਛੇ ਜਿਹੜੇ ਸਰਵਿਸ ਰੂਲ ਲਾਗੂ ਕੀਤੇ ਚੰਡੀਗੜ੍ਹ ਦੇ ਵਿੱਚ, ਉੱਥੇ ਦੇ ਜਿਹੜੇ ਮੁਲਾਜ਼ਮਾਂ ਤੇ ਉਹ ਵੀ ਸ਼ਰੇਆਮ ਕੇਂਦਰ ਦੀ ਧੱਕੇਸ਼ਾਹੀ ਹੈਗੀ ਆ। ਸੋ ਇਹ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ, ਦੇਖੋ ਕੇਂਦਰ ਦੀਆਂ ਸਰਕਾਰਾਂ, ਕਾਂਗਰਸ ਰਹੀ, ਅੱਜ BJP ਆ, ਇਹਨਾਂ ਨੇ ਪੰਜਾਬ ਦਾ ਵੋਟਾਂ ਦੀ ਆਸ ਕਰਦੇ, ਪਰ ਪੰਜਾਬ ਨੂੰ ਦਿੱਤਾ ਕੁਛ ਨਹੀਂ। ਜਿਹੜੇ ਹੱਕ ਹੈਗੇ ਨੇ ਦੇਣ ਪੰਜਾਬ ਨੂੰ। ਪੰਜਾਬ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ, ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਦੇ ਵਿੱਚ ਇੱਥੋਂ ਦੇ ਕਿਸਾਨਾਂ ਨੇ ਕਿੱਡਾ ਵੱਡਾ ਯੋਗਦਾਨ ਪਾਇਆ। ਪਰ ਅਲੀ ਸਾਹਿਬ, ਗਿਲਾ ਇਹੀ ਹੁੰਦਾ ਅਕਾਲੀ ਦਲ ਬਾਦਲ ਦੇ ਨਾਲ ਸਾਰੇ ਪੰਜਾਬ ਨੂੰ, ਵੀ ਜਦੋਂ ਅਕਾਲੀ ਦਲ BJP ਦੇ ਨਾਲ ਸੀ ਉਦੋਂ ਹੱਕ ਨਹੀਂ ਮੰਗੇ ਗਏ, ਹੁਣ ਹੱਕ ਅਕਾਲੀ ਦਲ ਮੰਗਦਾ ਗਾ। ਬਿਲਕੁਲ, ਉਹ ਤਾਂ ਹੁਣ ਲੀਡਰਸ਼ਿਪ ਨੂੰ ਤਾਂ ਚਾਹੀਦਾ ਸੀਗਾ, ਉਹ ਜਿਹੜੇ ਸਾਡੇ ਜਿਹੜੇ ਹੱਕ ਹੈਗੇ ਉਹਨਾਂ ਤੋਂ ਲੈਣੇ ਚਾਹੀਦੇ ਸਨ। ਹੁਣ ਕੋਈ ਚੰਡੀਗੜ੍ਹ ਨੂੰ ਲੈ ਕੇ ਜਾਂ ਹੱਕਾਂ ਨੂੰ ਲੈ ਕੇ ਅਕਾਲੀ ਦਲ ਪੱਕਾ ਮੋਰਚਾ ਲਾ ਸਕਦਾ? ਹਜੇ ਵੀ ਅਕਾਲੀ ਦਲ ਦੀ ਲੀਡਰਸ਼ਿਪ ਦੱਸੂਗੀ ਉਹਦੇ ਜਿਸ ਨਾਲ ਆ। ਜੇ ਪ੍ਰੋਗਰਾਮ ਪੰਜਾਬ ਦੇ ਭਲੇ ਦਾ ਜਿਹੜਾ ਵੀ ਪ੍ਰੋਗਰਾਮ ਪਾਰਟੀ ਲੀਕਦੀ ਤਾਂ ਡਟ ਕੇ ਨਾਲ ਹੈਗੇ ਜੀ। ਅਲੀ ਸਾਹਿਬ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਧੰਨਵਾਦ ਜੀ ਬਹੁਤ ਜੀ। ਸੋ ਇਹ ਸੀ ਮਨਪ੍ਰੀਤ ਸਿੰਘ ਅਯਾਲੀ। ਇਹਨਾਂ ਨੇ ਦੱਸਿਆ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਦੀ ਇਕਬਾਲ ਸਿੰਘ ਝੁੰਡਾ ਕਮੇਟੀ ਦੀ ਰਿਪੋਰਟ ਗਈ ਹੈ, ਜਾਂ ਜਿਹੜੇ ਵੀ ਬਦਲਾਵ ਚਾਹੀਦੇ ਆ ਪਾਰਟੀ ਦੇ ਵਿੱਚ, ਹੋ ਸਕਦੇ ਨੇ। ਤੇ ਖਾਸ ਕਰਕੇ ਜੇ ਚੰਡੀਗੜ੍ਹ ਦੀ ਗੱਲ ਕਰਦੇ ਆ ਜਾਂ ਹੋਰ ਹੱਕਾਂ ਦੀ ਗੱਲ ਕਰਦੇ ਆ, ਅਕਾਲੀ ਦਲ ਨੇ ਆਪਣਾ ਜਿਹੜਾ ਸਟੈਂਡ ਆ ਉਹ ਕਲੀਅਰ ਕਰ ਦਿੱਤਾ ਗਾ। ਜਲਦੀ ਹੀ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਧੰਨਵਾਦ ਜੀ।